ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਖਬਰਾਂ ਦੇ ਆਰ-ਪਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸੋ ਖਬਰਾਂ ਦੇ ਆਰ-ਪਾਰ ਦੇ ਵਿੱਚ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ, ਉਹਨਾਂ ਖਬਰਾਂ ਦੇ ਉੱਤੇ ਚਰਚਾ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਨਿਕ ਜੀ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਕਰਦੇ ਹਾਂ ਖਬਰਾਂ ਦੇ ਉੱਪਰ ਚਰਚਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਿੱਧੂ ਮੂਸੇਵਾਲੇ ਦੇ ਕਤਲ ਨੂੰ 1 ਮਹੀਨਾ ਹੋ ਗਿਆ ਹੈ। ਹਜੇ ਵੀ ਪਰਿਵਾਰ, ਉਹਨਾਂ ਦੇ ਫੈਨਸ ਇਸ ਗੱਲ ਨੂੰ ਮੰਨਣ ਤੇ ਕਿਤੇ ਨਾ ਕਿਤੇ ਇਨਕਾਰੀ ਹੋ ਜਾਂਦੇ ਨੇ ਕਿ ਦਿਲ ਨਹੀਂ ਮੰਨਦਾ ਕਿ ਉਹ ਸਾਡੇ ਵਿੱਚ ਨਹੀਂ ਰਿਹਾ। ਗੱਲ ਆਉਂਦੀ ਹੈ ਕਿ ਹਜੇ ਵੀ 1 ਮਹੀਨੇ ਤੋਂ ਬਾਅਦ ਪੁਲਿਸ ਸ਼ਾਰਪ ਸ਼ੂਟਰਾਂ ਨੂੰ ਫੜਨ ਦੇ ਵਿੱਚ ਅਸਫਲ ਰਹੀ ਹੈ। ਜੇ ਗੱਲ ਕੀਤੀ ਜਾਵੇ ਗੈਂਗਸਟਰ ਜਗਦੀਪ ਉਰਫ ਜੱਗੂ ਭਗਵਾਨਪੁਰੀਆ ਦੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਵੱਲੋਂ ਇਹ ਕਿਹਾ ਗਿਆ ਹੈ ਕਿ 2 ਸ਼ਾਰਪ ਸ਼ੂਟਰ ਉਸ ਵੱਲੋਂ ਮੁਹੱਈਆ ਕਰਵਾਏ ਗਏ ਨੇ। ਮਾਨਿਕ ਜੀ, ਇਸ ਸਾਰੇ ਕੇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ 1 ਮਹੀਨਾ ਹੋ ਗਿਆ, ਹਜੇ ਵੀ ਕਿਸੇ ਵੀ ਮੇਨ ਮੁੱਦੇ ਤੇ ਨਹੀਂ ਪਹੁੰਚ ਪਾਈ ਸਰਕਾਰ ਵੀ ਔਰ ਪੁਲਿਸ ਵੀ? ਤਰਨਜੀਤ ਜੀ, ਵੱਡੀ ਗੱਲ ਇਹ ਆ ਕਿ ਇਹ ਜਿਹੜਾ ਕਤਲ ਹੋਇਆ, ਜਿਹਨੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਇੱਕ ਵਾਰੀ ਤਾਂ ਪੂਰੇ ਪੰਜਾਬ ਨੂੰ ਇਸ ਕਤਲ ਕੇਸ ਨੇ ਹਿਲਾ ਕੇ ਰੱਖ ਦਿੱਤਾ ਸੀਗਾ ਤੇ ਉਹਨੂੰ 1 ਮਹੀਨਾ ਹੋ ਗਿਆ। ਭਾਵੇਂ ਪੁਲਿਸ ਨੇ ਜਿਹੜੀ ਆ, ਪੰਜਾਬ ਪੁਲਿਸ ਨੇ, ਦਿੱਲੀ ਪੁਲਿਸ ਨੇ ਤੇ ਹੋਰ ਰਾਜਾਂ ਦੀ ਪੁਲਿਸ ਨੇ ਰਲ ਕੇ ਜਿਹੜਾ ਇਹ ਸਾਰੇ ਮਾਮਲੇ ਦੀ ਜਾਣਕਾਰੀ ਤਾਂ ਹਾਸਲ ਕਰ ਲਈ ਹੈ ਕਿ ਇਹਦੀ ਯੋਜਨਾ ਕਿਹਨੇ ਬਣਾਈ ਆ ਤੇ ਕਿਹੜੇ ਜਿਹੜੇ ਲੋਕ ਆ ਵੱਖ-ਵੱਖ ਰੋਲਾਂ 'ਚ ਇਹਦੇ 'ਚ ਸ਼ਾਮਲ ਸੀ। ਕਿਸੇ ਨੇ ਰੈਕੀ ਕੀਤੀ ਆ, ਕਿਸੇ ਨੇ ਹਥਿਆਰ ਮੁਹੱਈਆ ਕੀਤੇ ਤੇ ਕਿਸੇ ਨੇ ਗੋਲੀਆਂ ਮਾਰੀਆਂ, ਸ਼ਾਰਪ ਸ਼ੂਟਰਾਂ ਨੇ ਗੋਲੀਆਂ ਮਾਰੀਆਂ। ਇੱਕ ਬੜੀ ਗੁੰਝਲਦਾਰ ਜਿਹੜੀ ਆ ਕਈ ਰਾਜਾਂ 'ਚ ਫੈਲੀ ਹੋਈ ਯੋਜਨਾ ਸੀ। ਕਈ ਰਾਜਾਂ ਨਾਲ ਸੰਬੰਧਿਤ ਜਿਹੜੇ ਆ ਮੁਲਜ਼ਮ ਇਹਦੇ ਵਿੱਚ ਸ਼ਾਮਲ ਸੀਗੇ। ਇਹਨੂੰ ਸਮਝਣਾ ਤੇ ਇੱਕ ਕਿਸਮ ਦਾ ਡੀਕੋਡ ਕਰਨਾ, ਇਹ ਬੜਾ ਗੁੰਝਲਦਾਰ ਮਾਮਲਾ ਸੀ। ਇਹ ਪੁਲਿਸ ਨੇ ਕੀਤਾ, ਪਰ ਇਹ ਸਾਰੇ ਕੰਮ ਨੂੰ ਜਿਹੜਾ 1 ਮਹੀਨੇ ਦਾ ਸਮਾਂ ਲੱਗ ਗਿਆ। ਇਹਦੇ 'ਚ ਜੇ ਸ਼ਾਰਪ ਸ਼ੂਟਰਾਂ ਦੀ ਗੱਲ ਕਰੀਏ ਤੇ ਕਸ਼ਿਸ਼ ਤੇ ਪ੍ਰਿਆਵਰਤ ਫੌਜੀ ਜਿਹੜੇ ਆ, ਇਹ 2 ਤਾਂ ਉਹਨਾਂ ਦੇ ਹੱਥ ਆਏ ਆ। ਬਾਕੀ 4 ਸ਼ਾਰਪ ਸ਼ੂਟਰ ਜਿਨ੍ਹਾਂ ਨੇ ਇਹਦੇ 'ਚ ਹਿੱਸਾ ਲਿਆ ਸੀਗਾ, ਉਹ ਅੰਕਿਤ ਸ਼ੇਰਸ਼ਾਹ, ਜਗਰੂਪ ਰੂਪਾ, ਮਨਪ੍ਰੀਤ ਮੰਨੂ ਆ ਤੇ ਕੁੱਸਾ ਮੋਗਾ। ਇਹ ਜਿਹੜੇ ਹਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਆ, ਇਹਨਾਂ ਬਾਰੇ ਪੁਲਿਸ ਕੋਲ ਕੋਈ ਠੋਸ ਜਾਣਕਾਰੀ ਨਹੀਂ ਕਿ ਦੇਸ਼ ਦੇ ਅੰਦਰ ਹੀ ਹੈ ਜਾਂ ਦੇਸ਼ ਤੋਂ ਬਾਹਰ ਚਲੇ ਗਏ ਆ। ਤੇ ਇਹਦੇ 'ਚ ਜਿਹੜੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਆ, ਉਹਦੇ ਨਾਲ ਜੁੜੇ ਹੋਏ ਸੀ, ਉਹਨਾਂ ਜਿਹੜੇ ਜਿਹਨੂੰ ਕਹਿ ਦਿੰਦੇ ਆ ਕਿ ਉਹਨਾਂ ਦੇ ਫੈਨ ਸੀਗੇ ਤੇ ਉਹਨਾਂ ਦੇ ਪਰਿਵਾਰ ਦੇ ਲੋਕ, ਇਹ ਸਾਰੇ ਚਿੰਤਤ ਹੋ ਰਹੇ ਆ ਕਿ 1 ਮਹੀਨਾ ਹੋਣ ਤੋਂ ਬਾਵਜੂਦ ਜਿਹੜੇ ਅਸਲੀ ਦੋਸ਼ੀ ਆ ਜਿਨ੍ਹਾਂ ਨੇ ਗੋਲੀਆਂ ਮਾਰੀਆਂ, ਉਹ ਜਿਹੜੇ ਹਜੇ ਜਿਹੜਾ ਪੁਲਿਸ ਦੇ ਸਕੰਜੇ 'ਚ ਨਹੀਂ ਫਸੇ। ਪਰ ਇੱਕ ਗੱਲ ਇਹਦੇ ਨਾਲ ਹੀ ਜਿਹੜੀ ਮੇਰੇ ਦਿਮਾਗ 'ਚ ਬਾਰ-ਬਾਰ ਆਉਂਦੀ ਹੈ ਕਿ ਪਿਛਲੀ 20-25 ਸਾਲ ਦੀ ਰਾਜਨੀਤੀ ਜਿਹੜੀ ਪੰਜਾਬ ਦੀ ਹੈ, ਜਿਹਦੇ 'ਚ ਅਕਾਲੀ ਦਲ ਭਾਜਪਾ ਨੇ ਰਾਜ ਕੀਤਾ, ਕਾਂਗਰਸ ਨੇ ਰਾਜ ਕੀਤਾ, ਇਹਨਾਂ ਨੇ ਪਿਛਲੇ 20-25 ਸਾਲਾਂ 'ਚ ਆਪਣੇ ਕਾਰੋਬਾਰ ਅੱਗੇ ਵਧਾਉਣ ਲਈ ਤਾਂ ਬੜੀ ਮਿਹਨਤ ਕੀਤੀ ਆ। ਕਿਸੇ ਨੇ ਆਪਣੀ ਟਰਾਂਸਪੋਰਟ ਵਧਾ ਲਈ, ਕਿਸੇ ਨੇ ਰੇਤਾ ਬਜਰੀ 'ਚੋਂ ਕਰੋੜਾਂ ਰੁਪਈਏ ਕਮਾ ਲਏ, ਕਿਸੇ ਨੇ ਸ਼ਰਾਬ ਦੇ ਠੇਕੇ ਲੈ ਕੇ ਆਪਣੀ ਜਿਹੜੇ ਚੰਗੀ ਕਮਾਈ ਕੀਤੀ, ਤੇ ਜਿਹੜੀ ਕਿਸੇ ਨੇ ਜਿਹੜੀਆਂ ਬਾਹਰ ਤੋਂ ਜਿਹੜੀਆਂ ਇੱਥੇ ਕਾਰਾਂ ਵਿਕਣ ਆਉਂਦੀਆਂ ਉਹਨਾਂ ਲਈ ਟਰਾਲੇ ਜਿਹੜੇ ਆਪਣੇ ਪਾ ਲਏ, ਉਹਨਾਂ ਟਰਾਲਿਆਂ ਦਾ ਕਿਰਾਇਆ ਵਸੂਲਿਆ। ਵੱਖ-ਵੱਖ ਢੰਗਾਂ ਨਾਲ ਜਿਹੜੇ ਰੁਜ਼ਗਾਰ ਦੇ ਜਿੰਨੇ ਮੌਕੇ ਪੈਦਾ ਹੋਏ, ਇਹਨਾਂ ਨੇ ਆਪ ਹਥਿਆ ਲਏ। ਤੇ ਜਿਹੜਾ ਜੋ ਇਹ ਲੁੱਟ-ਖਸੁੱਟ ਦਾ ਸਿਲਸਿਲਾ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸ਼ੁਰੂ ਹੋਇਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਇਹ ਚੱਲਦਾ ਰਿਹਾ। ਤੇ ਕਿਸੇ ਵੀ ਰਾਜਨੀਤਿਕ ਲੀਡਰ ਨੇ, ਕਿਸੇ ਵੀ ਰਾਜਨੀਤਿਕ ਪਾਰਟੀ ਨੇ ਇਹ ਨਹੀਂ ਸੋਚਿਆ ਕਿ ਸਾਡਾ ਨੌਜਵਾਨ ਹੈ ਜਿਹੜਾ ਉਹ +2 ਤੋਂ ਬਾਅਦ ਕੀ ਕਰੂਗਾ। ਕਿਉਂਕਿ ਖੇਤੀ ਸਾਡੀ ਜਿਹੜੀ ਆ ਉਹ ਪੀੜ੍ਹੀ ਦਰ ਪੀੜ੍ਹੀ ਜ਼ਮੀਨ ਵੰਡੀ ਗਈ। ਛੋਟੀਆਂ 2-2, 2.5, 3-3 ਕਿੱਲਿਆਂ ਵਾਲੇ ਕਿਸਾਨ 65 ਤੋਂ 70% ਦੇ ਨੇੜੇ ਤੇੜੇ ਕਿਸਾਨ ਇਸ ਤਰ੍ਹਾਂ ਦੇ ਰਹਿ ਗਏ ਤੇ ਕਰਜ਼ਾ ਲਗਾਤਾਰ ਵੱਧ ਰਿਹਾ, ਲਾਭਕਾਰੀ ਭਾਅ ਨਹੀਂ ਕਿਸਾਨਾਂ ਨੂੰ ਮਿਲਦੇ। ਉਹਨਾਂ ਦੇ ਬੱਚੇ ਆ ਜਿਹੜੇ ਆ, ਉਹਨਾਂ ਕੋਲ ਜਿਹੜੀ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੀ ਆਮਦਨ ਇੰਨੀ ਨਹੀਂ ਹੈਗੀ ਕਿ ਉਹ ਨਿੱਜੀ ਅਦਾਰਿਆਂ 'ਚ ਮਹਿੰਗੇ ਸਕੂਲਾਂ 'ਚ ਪੜ੍ਹ ਕੇ ਆਪਣੀ ਮਿਆਰੀ ਐਜੂਕੇਸ਼ਨ ਲੈ ਸਕਣ, ਕਿਉਂਕਿ ਸਰਕਾਰੀ ਸਕੂਲਾਂ ਦਾ ਸਰਕਾਰਾਂ ਨੇ ਖੁਦ ਹੀ ਭੱਠਾ ਬਿਠਾਤਾ। ਤੇ ਇਹ ਜਿਹੜੇ ਬੱਚੇ ਆ, ਇਹ ਕਿੱਥੇ ਜਾਣਗੇ, ਕੀ ਕਰਨਗੇ? ਜਿਹਦੇ ਕੋਲ 4 ਪੈਸੇ ਆ, ਜਿਹਨੇ ਆਪਣੇ ਬੱਚੇ ਗੈਰ ਸਰਕਾਰੀ ਸਕੂਲਾਂ 'ਚ ਪੜ੍ਹਾ ਲਏ ਜਾਂ ਹੋਰ ਢੰਗਾਂ ਨਾਲ ਆਪਣੇ ਬੱਚਿਆਂ ਨੂੰ ਠੀਕ ਐਜੂਕੇਸ਼ਨ ਦਵਾ ਲਈ, ਉਹ ਤਾਂ ਕਰਜ਼ਾ ਕੁਰਜ਼ਾ ਚੱਕ ਕੇ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ +2 ਤੋਂ ਬਾਅਦ ਬਾਹਰ ਕੱਢ ਰਹੇ ਕਿ ਇੱਥੇ ਕਰਨ ਲਈ ਕੁਛ ਰਿਹਾ ਨਹੀਂ, ਬੱਚਿਆਂ ਲਈ ਹੈ ਨਹੀਂ ਕੁਛ। ਪਰ ਇਹ ਜਿਹੜੇ 20-25 ਸਾਲ ਇਹ ਜਿਹੜੇ ਜੇ ਅੱਜ ਗੈਂਗਸਟਰ ਜਿਹੜੇ ਇੰਨੇ ਫੈਲ ਗਏ ਆ, ਇੱਕ ਵੇਲੇ ਖਬਰ ਆਈ ਸੀ ਕਿ 500 ਦੇ ਲਗਭਗ ਗੈਂਗਸਟਰ ਹੈਗੇ ਪੰਜਾਬ 'ਚ, ਤੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਇਹ ਸਥਿਤੀ ਪੈਦਾ ਹੋਈ, ਬੜੀ ਭਿਆਨਕ ਸਥਿਤੀ ਪੈਦਾ ਹੋਈ ਆ, ਜਿਹਦੇ ਕਾਰਨ
ਇੱਥੇ ਜਿਹੜੇ ਆ ਵਪਾਰੀ, ਸਨਅਤਕਾਰ, ਹੋਰ ਮਹੱਤਵਪੂਰਨ ਲੋਕ ਜਿਨ੍ਹਾਂ ਕੋਲ 4 ਪੈਸੇ ਆ, ਜਿਨ੍ਹਾਂ ਦਾ ਨਾਂ ਹੈਗਾ ਕੁਛ ਕਿ ਵੀ ਇਹਨਾਂ ਕੋਲ ਸਾਧਨ ਆ ਜਾਂ ਅਮੀਰ ਲੋਕ ਆ, ਉਹਨਾਂ ਨੂੰ ਜਿਹੜੀਆਂ ਫਰੌਤੀਆਂ ਲਈਆਂ ਜਾਂਦੀਆਂ। ਬਹੁਤ ਸਾਰੇ ਲੋਕ ਚੁੱਪ ਚਪੀਤੇ ਪੈਸੇ ਦੇ ਦਿੰਦੇ ਆ ਤੇ ਜਿਹੜੇ ਬਹੁਤ ਸਾਰੇ ਥੋੜੇ ਕੇਸ ਆ ਜਿਹੜੇ ਸਾਹਮਣੇ ਆਉਂਦੇ ਆ, ਉਹ ਪੁਲਿਸ ਕੋਲ ਪੁੱਜਦੇ ਆ, ਲੋਕ ਪੁਲਿਸ ਕੋਲ ਸ਼ਿਕਾਇਤ ਕਰਦੇ ਆ। ਤੇ ਇੰਨਾ ਵੱਡਾ ਇਹ ਰੁਝਾਨ, ਇੰਨਾ ਵੱਡਾ ਫੈਨੋਮਨਾ ਜਿਹੜਾ ਇਹ ਪੈਦਾ ਹੋਇਆ, ਇਹਦੇ ਲਈ ਇਹ ਸਾਰੀਆਂ ਪਾਰਟੀਆਂ ਵੀ ਦੋਸ਼ੀ ਆ। ਦੇਖੋ, ਜਿਹੜਾ ਇੱਕ ਖੇਤ ਹੈ, ਤਰਨਜੀਤ ਕੌਰ ਜੀ, ਅਸੀਂ ਪਿੰਡਾਂ ਦੇ ਰਹਿਣ ਵਾਲੇ ਆ, ਖੇਤੀਬਾੜੀ ਨਾਲ ਜੁੜੇ ਆ। ਜੇ ਇੱਕ ਖੇਤ ਦੇ ਵਿੱਚ ਕੋਈ ਚੰਗੀ ਫਸਲ ਤੁਸੀਂ ਨਹੀਂ ਬੀਜਦੇ, ਖੇਤ ਨੂੰ ਖਾਲੀ ਛੱਡ ਦਿੰਦੇ ਆ, ਤੇ ਤਾਂ ਵੀ ਘਾਹ ਫੂਸ ਤਾਂ ਉੱਗਣਾ। ਤੇ ਜੇ ਨੌਜਵਾਨ ਇੱਕ ਅਜਿਹੇ ਪੀੜ੍ਹੀ ਆ ਜਾਂ ਸਮਾਜ ਦਾ ਇੱਕ ਅਜਿਹਾ ਵਰਗ ਆ, ਇਹਨਾਂ ਨੂੰ ਚੰਗੀ ਸਿੱਖਿਆ ਦੇ ਕੇ, ਚੰਗੇ ਸੰਸਕਾਰ ਦੇ ਕੇ ਤੁਸੀਂ ਸਮਾਜ ਦੀ ਉਸਾਰੀ ਤੇ ਲਾ ਲਓ। ਤੇ ਜੇ ਤੁਸੀਂ ਇਹ ਕਰਨ 'ਚ ਫੇਲ ਹੁੰਦੇ ਆ ਤੇ ਫਿਰ ਤੁਹਾਨੂੰ ਇਹ ਤੁਹਾਡੇ ਲਈ ਇਹ ਮੁਸੀਬਤ ਬਣ ਜਾਣਗੇ ਤੇ ਤੁਹਾਨੂੰ ਇਹਦੀ ਕੀਮਤ ਅਦਾ ਕਰਨੀ ਪਏਗੀ। ਅੱਜ ਤਰਨਜੀਤ ਜੀ, ਪੰਜਾਬ ਦਾ ਸਮਾਜ ਹੈ, ਜੇ ਨੌਜਵਾਨ ਨਸ਼ਿਆਂ ਵਾਲੇ ਪਾਸੇ ਜਾ ਰਿਹਾ, ਨਸ਼ੇ ਖਾ ਰਿਹਾ, ਨਸ਼ੇ ਵੇਚ ਰਹੇ ਆ, ਜੇ ਨੌਜਵਾਨ ਕ੍ਰਾਈਮ ਵਾਲੇ ਪਾਸੇ ਚਲੇ ਗਏ ਆ, ਜਿਹੜੇ ਕੋਈ ATM ਪੁੱਟ ਰਿਹਾ, ਕੋਈ ਚੇਨਾ ਖੋਹ ਰਿਹਾ, ਕੋਈ ਜਿਹੜਾ ਹੋਰ ਗੈਰ ਕਾਨੂੰਨੀ ਧੰਦਾ ਕਰ ਰਿਹਾ, ਤੇ ਜੇ ਕੋਈ ਬਹੁਤ ਸਾਰੇ ਇਦਾਂ ਦੇ ਗੈਂਗਸਟਰ ਬਣ ਗਏ, ਇਹਦੇ ਲਈ ਇਹ 20-25 ਸਾਲ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਤੇ ਰਾਜ ਕੀਤਾ, ਉਹ ਦੋਸ਼ੀ ਹੈ ਇਹਨਾਂ ਲਈ। ਪਰ ਇਹ ਸਾਡੇ ਦੇਸ਼ ਦੀ ਜਿਹੜੀ ਕਾਨੂੰਨੀ ਜਾਂ ਸੰਵਿਧਾਨਕ ਵਿਵਸਥਾ ਅਜਿਹੀ ਹੈ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਜਿਹੜੀ ਇਸ ਤਰ੍ਹਾਂ ਦੀ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਰਕੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ, ਇਹਨੂੰ ਕਾਨੂੰਨ ਦੇ ਘੇਰੇ 'ਚ ਅਸੀਂ ਲਿਆ ਨਹੀਂ ਸਕਦੇ। ਨਹੀਂ ਤਾਂ ਜੇ ਗੈਂਗਸਟਰਾਂ ਦੇ ਨਾਲ ਹੀ ਇਹ ਸਾਰੇ ਜਿਹੜੇ ਲੀਡਰ ਹੈ ਜਿਨ੍ਹਾਂ ਨੇ ਪਿਛਲੇ 20-25 ਸਾਲ ਰਾਜ ਕੀਤਾ, ਇਹ ਵੀ ਜੇਲ੍ਹਾਂ 'ਚ ਜਾਣੇ ਚਾਹੀਦੇ ਆ। ਇਹਨਾਂ ਦੀ ਪੁੱਛਗਿੱਛ ਹੋਣੀ ਚਾਹੀਦੀ ਹੈ ਕਿ ਤੁਸੀਂ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ, ਇਹਨਾਂ ਲਈ ਕੋਈ ਪਾਲਿਸੀ ਕਿਉਂ ਨਹੀਂ ਬਣਾਈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਨੌਜਵਾਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਜਾ ਕੇ, ਫੌਜ 'ਚ ਜਾ ਕੇ, ਪੁਲਿਸ 'ਚ ਜਾ ਕੇ, ਇੰਜੀਨੀਅਰ ਬਣ ਕੇ, ਡਾਕਟਰ ਬਣ ਕੇ, ਵਕੀਲ ਬਣ ਕੇ, ਜਾਂ ਹੋਰ ਜਿਹੜੇ ਇੰਜੀਨੀਅਰਿੰਗ ਦੇ ਖੇਤਰ 'ਚ ਜਾ ਕੇ ਦੇਸ਼ ਵਿਦੇਸ਼ 'ਚ ਆਪਣਾ ਨਾਂ ਕਮਾਉਣਾ ਸੀਗਾ, ਆਪਣੇ ਪਰਿਵਾਰਾਂ ਲਈ ਖੁਸ਼ਹਾਲੀ ਪੈਦਾ ਕਰਨੀ ਸੀ, ਉਹ ਜਿਹੜੇ ਆ ਉਹ ਗੈਂਗਸਟਰ ਬਣੇ ਆ, ਔਰ ਆਪਣੇ ਪਰਿਵਾਰਾਂ ਲਈ ਵੀ ਸਮੱਸਿਆ ਬਣੇ ਹੋਏ ਆ ਤੇ ਸਾਡੇ ਸਮਾਜ ਲਈ ਵੀ ਸਮੱਸਿਆ ਬਣੇ ਹੋਏ ਆ। ਤੇ ਆਉਣ ਵਾਲੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਨੂੰ ਵੀ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਚਾਹੀਦਾ। ਨੌਜਵਾਨਾਂ ਲਈ ਸੋਚੋ ਕਿ ਤੁਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੀ ਬਣਾਉਣਾ। ਜੇ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕਰੋਗੇ, ਉਹਨਾਂ ਲਈ ਕੁਝ ਕਰਨ ਲਈ, ਕੁਝ ਬਣਨ ਲਈ ਹਾਲਾਤ ਨਹੀਂ ਪੈਦਾ ਕਰਨਗੇ, ਤੇ ਉਹ ਤੁਹਾਡੇ ਗਲੇ ਨੂੰ ਪੈਣਗੇ। ਤੇ ਅੱਜ ਨੌਜਵਾਨ ਸਾਡੇ ਗਲਿਆਂ ਨੂੰ ਪੈ ਰਹੇ ਆ। ਬਿਲਕੁਲ, ਮਾਨਿਕ ਜੀ ਦੀ ਗੱਲ ਬਿਲਕੁਲ ਸਹੀ ਹੈ। ਜਦੋਂ ਅਸੀਂ ਨੌਜਵਾਨ ਪੀੜ੍ਹੀ ਨੂੰ ਚੰਗੀ ਸਿੱਖਿਆ ਤੇ ਚੰਗਾ ਰੋਜ਼ਗਾਰ ਦੇਵਾਂਗੇ ਤਾਂ ਇਦਾਂ ਦੇ ਹਾਲਾਤ ਸਾਨੂੰ ਦੇਖਣ ਨੂੰ ਹੁਣ ਇਹਨੂੰ ਅਮਨ ਕਾਨੂੰਨ ਦੇ ਪੱਖ ਤੋਂ ਵੀ ਰੋਕਣ ਦੀ ਲੋੜ ਹੈ। ਬਿਨਾਂ ਸ਼ੱਕ ਜਿਹੜੇ ਗੈਂਗ ਬਣ ਗਏ ਜਾਂ ਫਰੌਤੀਆਂ ਲੋਕਾਂ ਤੋਂ ਲੈ ਰਹੇ ਆ, ਇਹਨਾਂ ਨੂੰ ਕਾਨੂੰਨੀ ਢੰਗ ਨਾਲ, ਕਾਨੂੰਨੀ ਤੇ ਪ੍ਰਸ਼ਾਸਨਿਕ ਢੰਗ ਨਾਲ, ਪੁਲਿਸ ਦੀ ਕਾਰਵਾਈ ਨਾਲ ਵੀ ਰੋਕਣ ਦੀ ਲੋੜ ਹੈ। ਜੇ ਕੋਈ ਕ੍ਰਾਈਮ ਕਰਦਾ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਲੰਮੇ ਸਮੇਂ ਲਈ ਨੌਜਵਾਨਾਂ ਲਈ, ਉਹਨਾਂ ਦੇ ਰੁਜ਼ਗਾਰ ਲਈ, ਉਹਨਾਂ ਦੇ ਬਿਹਤਰ ਭਵਿੱਖ ਲਈ ਪੰਜਾਬ 'ਚ ਕੋਈ ਨੀਤੀਆਂ ਵੀ ਪ੍ਰਭਾਵੀ ਬਣਨੀਆਂ ਚਾਹੀਦੀਆਂ। ਬਿਲਕੁਲ ਜੀ। ਵਧਦੇ ਹਾਂ ਅਗਲੀ ਖਬਰ ਵੱਲ। ਬੀਤੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੀ ਸਿਆਸਤ ਕਾਫੀ ਪੱਕੀ ਹੋਈ ਹੈ। ਆਪਣੇ ਹੀ ਵਿਧਾਇਕਾਂ ਦੇ ਬਾਗੀ ਹੋਣ ਤੋਂ ਬਾਅਦ ਤੇ ਫਲੋਰ ਟੈਸਟ ਹੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਉਧਵ ਠਾਕਰੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਭਾਜਪਾ ਦੇ ਖੇਮੇ ਵਿੱਚ ਖੁਸ਼ੀ ਦਾ ਮਾਹੌਲ ਹੈ। ਠਾਕਰੇ ਨੇ ਕਿਹਾ ਹੈ ਕਿ ਉਹਨਾਂ ਦੇ ਆਪਣਿਆਂ ਨੇ ਧੋਖਾ ਕੀਤਾ ਹੈ, ਜਿਨ੍ਹਾਂ ਤੋਂ ਉਹਨਾਂ ਨੂੰ ਉਮੀਦ ਨਹੀਂ ਸੀ, ਉਹ ਅੱਜ ਵੀ ਉਹਨਾਂ ਦੇ ਨਾਲ ਖੜੇ ਨੇ। ਮਾਨਕ ਜੀ, ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਕੋਲ ਸ਼ਿਵ ਸੈਨਾ ਹੈ, ਉਸ ਨੂੰ ਫਿਰ ਖੜੇ ਕਰਨਗੇ। ਹੁਣ ਤੁਸੀਂ ਮਹਾਰਾਸ਼ਟਰ ਦੀ ਸਿਆਸਤ ਦੀ ਦਿਸ਼ਾ ਤੇ ਦਸ਼ਾ ਨੂੰ ਤੁਸੀਂ ਕਿਵੇਂ ਕਿਆਸਦੇ ਹੋ? ਤਰਨਜੀਤ ਜੀ, ਗੱਲ ਇਹ ਹੈ ਕਿ ਜਿਹੜੀਆਂ ਕਮੀਆਂ ਕਮਜ਼ੋਰੀਆਂ ਕੁਛ ਜਿਹੜੇ ਉਦੋਂ ਠਾਕਰੇ ਤੋਂ ਵੀ ਰਹੀਆਂ ਹੋਣਗੀਆਂ ਕਿ ਉਹ ਆਪਣੇ ਜਿਹੜੇ ਵਿਧਾਨ ਸਭਾ ਦੇ ਮੈਂਬਰ ਸੀਗੇ ਉਹਨਾਂ ਨਾਲ ਇਸ ਪੱਧਰ ਤੇ ਰਾਬਤਾ ਨਹੀਂ ਰੱਖ ਸਕੇ। ਉਹਨਾਂ ਦੀ ਆਪਣੀ ਰਾਜ ਸਰਕਾਰ ਸੀਗੀ, ਉਹਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਜਿਹੜੀ ਇਹ ਭਾਜਪਾ ਜਿਹੜੀ ਕਿਸ ਤਰ੍ਹਾਂ ਦੀ ਖੇਡ ਰਹੀ ਆ, ਉਹਨਾਂ ਦੇ ਵਿਧਾਇਕ ਆ ਉਹਨੂੰ ਤੋੜਿਆ ਜਾ ਰਿਹਾ। ਤੇ ਇਹ ਚੀਜ਼ਾਂ ਉਹਨਾਂ ਸਮੇਂ ਸਿਰ ਮੇਰਾ ਖਿਆਲ ਹੈ ਉਹਨਾਂ ਨੂੰ ਜਾਣਕਾਰੀ ਨਹੀਂ ਮਿਲੀ। ਜਾਂ ਤੁਸੀਂ ਕਹਿ ਲਓ ਵੀ ਜਿਹੜੀਆਂ ਕੇਂਦਰੀ ਏਜੰਸੀਆਂ, ਇਨਕਮ ਟੈਕਸ ਡਿਪਾਰਟਮੈਂਟ, ED ਜਾਂ CBI, ਇਹਨਾਂ ਦਾ ਜਿਹੜਾ ਜ਼ੋਰ ਹੀ ਇੰਨਾ ਸੀਗਾ ਕਿ ਉਹਦੇ ਵਿਧਾਇਕ ਜਿਹੜੇ ਆ ਡਰ ਤੇ ਭੈ ਦੇ ਮਾਹੌਲ 'ਚ ਉਹਨੂੰ ਛੱਡ ਕੇ ਚਲੇ ਗਏ। ਇੱਕ ਇਹ ਵੀ ਫੈਕਟਰ ਹੈ। ਤੇ ਉਹਦੇ 'ਚ ਹੁਣ ਉਹਨਾਂ ਕੋਲ ਪਿਛਲੇ ਕਈ ਦਿਨਾਂ ਤੋਂ ਇਹ ਨਾਟਕ ਚੱਲ ਰਿਹਾ ਸੀ। ਪਹਿਲਾਂ ਇਹਨਾਂ ਦੇ ਵਿਧਾਇਕ ਟੁੱਟ ਗਏ, ਸੂਰਤ ਗਏ, ਗੁਜਰਾਤ, ਉੱਥੋਂ ਫਿਰ ਇਹਨਾਂ ਨੂੰ ਜਦੋਂ ਉੱਥੋਂ ਇਹ ਸ਼ਿਵ ਸੈਨਾ ਦੇ ਲੀਡਰ ਜਾ ਕੇ ਉਹਨਾਂ ਨਾਲ ਸੰਪਰਕ ਕਰਨ ਲੱਗ ਪਏ ਤੇ ਗੁਜਰਾਤ ਨੇੜੇ ਆ ਮਹਾਰਾਸ਼ਟਰ ਤੋਂ, ਤੇ ਫਿਰ ਵੀ ਜਿਹੜੀ BJP ਹੈ ਉਹਨਾਂ ਨੂੰ ਫਿਰ ਉੱਥੇ ਲੈ ਗਈ
ਗੁਹਾਟੀ ਲੈ ਗਈ ਤਾਂ ਕਿ ਸ਼ਿਵ ਸੈਨਾ ਦੇ ਜਿਹੜੇ ਲੀਡਰ ਹੈ, ਠਾਕਰੇ ਗਰੁੱਪ ਦੇ ਲੀਡਰ ਹੈ, ਉਹਨਾਂ ਨਾਲ ਸੰਪਰਕ ਨਾ ਕਰ ਸਕਣ। ਤੇ ਉੱਥੇ ਫਿਰ ਹੁਣ ਸਪਸ਼ਟ ਹੁੰਦਾ ਜਾ ਰਿਹਾ ਸੀ ਕਿ ਜਿਹੜੇ ਬਹੁਤ ਗਿਣਤੀ ਸ਼ਿਵ ਸੈਨਾ ਦੇ ਮੈਂਬਰ ਹੈ, ਜਿਹੜੇ ਆ 55 ਦੇ ਲਗਭਗ ਕੁੱਲ ਇਹਨਾਂ ਦੇ ਵਿਧਾਇਕ ਸੀਗੇ, ਉਹਦੇ ਚੋਂ 40 ਤੋਂ ਉੱਪਰ ਜਿਹੜੇ ਆ ਉਹ ਜਿਹੜੇ ਆ ਦੂਜੇ ਗਰੁੱਪ ਨਾਲ ਜਾ ਕੇ ਜੁੜ ਗਏ, ਉੱਥੇ ਏਕਨਾਥ ਸ਼ਿੰਦੇ ਨਾਲ ਜੁੜ ਗਏ। ਤੇ ਫਿਰ ਇਹ ਗੱਲ ਦਿਨੋਂ ਦਿਨ ਸਪਸ਼ਟ ਹੁੰਦੀ ਜਾ ਰਹੀ ਸੀ ਕਿ ਠਾਕਰੇ ਗਰੁੱਪ ਹੈ ਜਿਹੜਾ ਆਪਣਾ ਬਹੁਮਤ ਜਿਹੜਾ ਗਵਾ ਚੁੱਕਾ, ਸ਼ਿਵ ਸੈਨਾ ਦੇ ਆਪਣੇ ਬਹੁਤੇ ਮੈਂਬਰ ਉਹਨਾਂ ਦੇ ਨਾਲ ਹੈ ਨਹੀਂ ਗੇ। ਤੇ ਉਹਨਾਂ ਨੇ ਫਲੋਰ ਟੈਸਟ ਜਿਹੜਾ ਰੋਕਣ ਲਈ ਜਾਂ ਫਲੋਰ ਟੈਸਟ ਲਈ ਹੋਰ ਸਮਾਂ ਲੈਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਵੀ ਕੀਤੀ ਸੀ। ਉੱਥੇ ਵੀ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਅਮਲ 'ਚ ਜਿਹੜਾ ਗਵਰਨਰ ਨੇ ਸ਼ੁਰੂ ਕੀਤਾ ਫਲੋਰ ਟੈਸਟ ਦਾ, ਇਹਦੇ ਵਿੱਚ ਅਸੀਂ ਦਖਲ ਦੇ ਨਹੀਂ ਸਕਦੇ। ਤੇ ਉਹ ਫਿਰ ਉਹਦੇ ਕੋਲ ਕੋਈ ਰਸਤਾ ਨਹੀਂ ਰਹਿ ਗਿਆ ਸੀਗਾ ਉਧਵ ਠਾਕਰੇ ਕੋਲ, ਉਹਨੇ ਅਸਤੀਫਾ ਦੇ ਦਿੱਤਾ। ਮੈਂ ਸਮਝਦਾ ਇੱਕ ਪੱਤਰਕਾਰ ਦੇ ਤੌਰ ਤੇ ਜੇ ਤੁਹਾਨੂੰ ਸਪਸ਼ਟ ਹੈ ਕਿ ਤੁਹਾਡੇ ਕੋਲ ਬਹੁਮਤ ਨਹੀਂ ਹੈਗਾ, ਤੁਸੀਂ ਫਿਰ ਇੱਜ਼ਤ ਮਾਣ ਨਾਲ ਆਪਣਾ ਅਸਤੀਫਾ ਦੇਣਾ ਹੀ ਬਿਹਤਰ ਹੈ। ਇਹ ਤਾਂ ਵਿਧਾਨ ਸਭਾ ਦੇ ਅੰਦਰ ਜੇ ਤੁਹਾਡੇ ਕੋਲ ਬਹੁਮਤ ਨਹੀਂ ਹੈ ਤੇ ਤੁਸੀਂ ਆਪਣਾ ਜਲੀਲ ਹੋਣ ਦਾ ਕੋਈ ਫਾਇਦਾ ਨਹੀਂ। ਉਹਦੇ 'ਚ ਇੱਕ ਗੱਲ ਉਹ ਕਰ ਸਕਦੇ ਸੀ, ਕਈ ਇੱਦਾਂ ਵੀ ਸੋਚਦੇ ਸੀ ਵੀ ਉਹ ਜਿਹੜਾ ਬਹੁਮਤ ਜਦੋਂ ਉੱਥੇ ਪੇਸ਼ ਹੁੰਦਾ, ਜਿਹੜਾ ਉਹਨਾਂ ਦਾ ਵੀ ਜਿਹੜਾ ਏਕਨਾਥ ਸ਼ਿੰਦੇ ਗਰੁੱਪ ਵੱਲੋਂ ਕਿ ਜਿਹੜਾ ਉਹ ਸਰਕਾਰ ਨੂੰ ਸਮਰਥਨ ਹਾਸਲ ਨਹੀਂ, ਉਹ ਤੇ ਮਤਾ ਪੇਸ਼ ਹੁੰਦਾ, ਉਹ ਤੇ ਬਹਿਸ ਹੋਣੀ ਸੀ। ਉਹਦੇ ਤੇ ਜਿਹੜਾ ਉਧਵ ਠਾਕਰੇ ਹੈ ਉਹ ਆਪਣੀ ਗੱਲ ਕਹਿਣ ਲਈ ਉਹਨਾਂ ਨੂੰ ਮੌਕਾ ਮਿਲ ਸਕਦਾ ਸੀਗਾ ਤੇ ਉਹ ਇਹ ਤੋਂ ਵਾਂਝੇ ਰਹੇ ਆ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਔਰ ਇਸ ਤਰ੍ਹਾਂ ਦੀ ਭਾਸ਼ਣ ਤਾਂ ਉਹਨਾਂ ਨੇ ਬਾਹਰ ਜਿਹੜਾ ਫੇਸਬੁੱਕ ਤੇ ਲਾਈਵ ਵੀ ਉਹਨੇ 2 ਦਿੱਤੇ ਆ, ਤੇ ਜਿਹੜੀ ਗੱਲ ਉਹਨਾਂ ਨੇ ਕਹਿਣੀ ਸੀ ਉਹ ਕਹਿ ਦਿੱਤੀ ਹੈ। ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਉਧਵ ਠਾਕਰੇ ਨੇ ਠੀਕ ਕੀਤਾ ਜੀ। ਤੇ ਨਾਲ ਹੀ ਇਹਦੇ ਸਵਾਲ ਤਰਨਜੀਤ ਕੌਰ ਜੀ ਇਹ ਬਹੁਤ ਵੱਡਾ ਪੈਦਾ ਹੋ ਗਿਆ ਕਿ ਜਿਹੜੀਆਂ ਇੱਕ ਕਰਕੇ ਜਿਨ੍ਹਾਂ ਰਾਜਾਂ 'ਚ ਜਿਹੜੀਆਂ ਬਹੁਤ ਸਾਰੇ ਰਾਜਾਂ 'ਚ ਤਾਂ ਭਾਜਪਾ ਦੀਆਂ ਸਰਕਾਰਾਂ, ਜਿਨ੍ਹਾਂ ਕੇਂਦਰ 'ਚ ਭਾਜਪਾ ਦੀ ਸਰਕਾਰ ਹੈ, ਜਿਨ੍ਹਾਂ ਰਾਜਾਂ 'ਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਲੋਕਾਂ ਨੇ ਵੋਟਾਂ ਦਾ ਫਤਵਾ ਦੇ ਕੇ ਬਣਾਈਆਂ, ਇੱਕ ਕਰਕੇ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਤੇ ਜਿਹੜਾ ਖਰੀਦੋ ਫਰੋਖਤ ਕਰਕੇ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਜਿਹੜੇ ਰਾਜ ਸਰਕਾਰਾਂ ਬਣੀਆਂ, ਇੱਕ ਕਰਕੇ ਉਹਨੂੰ ਤੋੜਿਆ ਜਾ ਰਿਹਾ। ਪਹਿਲਾਂ ਕਰਨਾਟਕ 'ਚ ਅਜਿਹਾ ਕੀਤਾ ਗਿਆ, ਫਿਰ ਮੱਧ ਪ੍ਰਦੇਸ਼ 'ਚ ਅਜਿਹਾ ਕੀਤਾ ਗਿਆ, ਤੇ ਰਾਜਸਥਾਨ 'ਚ ਅਜਿਹਾ ਕਰਨ ਦਾ ਯਤਨ ਕੀਤਾ ਗਿਆ, ਕਾਮਯਾਬੀ ਨਹੀਂ ਮਿਲੀ। ਤੇ ਹੁਣ ਮਹਾਰਾਸ਼ਟਰ 'ਚ ਜਦੋਂ 2.5 ਸਾਲ ਪਹਿਲਾਂ ਸਰਕਾਰ ਬਣੀ ਸੀ, ਉਸੇ ਵੇਲੇ ਤੋਂ ਭਾਜਪਾ ਲੱਗੀ ਹੋਈ ਸੀ ਵੀ ਕਿਸੇ ਨਾ ਕਿਸੇ ਢੰਗ ਨਾਲ ਡਰਾ ਧਮਕਾ ਕੇ ਇਹਨਾਂ ਦੇ ਜਿਹੜੇ ਵਿਧਾਇਕ ਤੋੜ ਲਏ ਜਾਣ, ਜਾਂ ਜਿਹੜਾ ਕੋਈ ਹੋਰ ਢੰਗ ਤਰੀਕਾ ਵਰਤ ਕੇ ਜਿਹੜਾ ਇਹ ਸਰਕਾਰ ਨੂੰ ਤੋੜ ਦਿੱਤਾ ਜਾਏ। ਜਿਹੜੀ ਹੈ ਕਈ ਤਰ੍ਹਾਂ ਦੇ ਕੇਸ ਜਿਹੜੇ 2 ਮੰਤਰੀਆਂ ਤੇ ਕੇਸ ਦਰਜ ਕੀਤੇ ਗਏ, ਅਜੇ ਵੀ ਜੇਲ੍ਹ ਦੇ ਅੰਦਰ ਹੈ। ਜਿਹੜਾ ਤੇ ਦੂਸਰਾ ਜਿਹੜਾ ਮਲਕ ਤੇ ਦੇਸ਼ਮੁਖ ਵਗੈਰਾ। ਤੋ ਇਦਾਂ ਦਾ ਦੇਸ਼ ਦੇ ਅੰਦਰ ਇਦਾਂ ਦਾ ਵਾਤਾਵਰਨ ਬਣਦਾ ਜਾ ਰਿਹਾ ਕਿ ਜਿਸ ਤਰ੍ਹਾਂ ਕਿਸੇ ਸਮੇਂ ਇੰਦਰਾ ਗਾਂਧੀ ਦੇ ਦੌਰ ਦੀ ਕਾਂਗਰਸ ਸੀਗੀ, 356 ਧਾਰਾ ਵਰਤ ਕੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਧੱਕੇ ਨਾਲ ਤੋੜੀਆਂ ਜਾਂਦੀਆਂ ਸੀਆਂ, ਜਾਂ ਇਸੇ ਤਰ੍ਹਾਂ ਡਰਾ ਧਮਕਾ ਕੇ ਜਿਹੜੀ ਏਜੰਸੀਆਂ ਤੋਂ ਉਦੋਂ ਵੀ ਵਿਧਾਇਕ ਤੋੜੇ ਜਾਂਦੇ ਸੀ। ਜੋ ਕੁਝ ਇੰਦਰਾ ਦੀ ਰਾਜਨੀਤੀ ਸੀ ਅੱਜ ਤੋਂ ਕਈ ਦਹਾਕੇ ਪਹਿਲਾਂ, ਉਹੀ ਰਾਜਨੀਤੀ ਇਸ ਵੇਲੇ ਦੇਸ਼ ਵਿੱਚ ਦੁਬਾਰਾ ਚੱਲ ਰਹੀ ਹੈ। ਇਹ ਸਾਡੀ ਜਮਹੂਰੀਅਤ ਲਈ, ਇਹ ਜਿਹੜੀ ਸਾਡੀ ਸੰਵਿਧਾਨਕ ਵਿਵਸਥਾ ਲਈ, ਸਾਡੀ ਰਾਜਨੀਤਿਕ ਵੰਨ-ਸੁਵੰਨਤਾ ਲਈ ਇਹ ਕਿਸੇ ਵੀ ਤਰ੍ਹਾਂ ਠੀਕ ਗੱਲ ਨਹੀਂ ਹੈਗੀ। ਮਾੜੀ ਹੈ, ਬਿਲਕੁਲ ਜੀ। ਮਾਨ ਸਰਕਾਰ ਦਾ ਪਹਿਲਾ ਬਜਟ ਪੇਸ਼ ਹੋ ਚੁੱਕਾ ਹੈ। ਇਸ ਬਜਟ ਵਿੱਚ ਪਹਿਲੀ ਵਾਰ ਸਿਹਤ ਤੇ ਸਿੱਖਿਆ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ। ਮਾਨ ਸਰਕਾਰ ਬਜਟ ਨੂੰ ਜਿੱਥੇ ਸਲਾਹ ਰਹੀ ਹੈ, ਵਿਰੋਧੀ ਧਿਰਾਂ ਉੱਥੇ ਹੀ ਇਸ ਵਿੱਚ ਨੁਕਸ ਵੀ ਕੱਢ ਰਹੀਆਂ ਨੇ। ਮਾਨਕ ਜੀ, ਤੁਸੀਂ ਇਸ ਬਜਟ ਨੂੰ ਕਿਵੇਂ ਦੇਖਦੇ ਹੋ? ਤਰਨਜੀਤ ਜੀ, ਮੈਂ ਤਾਂ ਸਮਝਦਾ ਹਾਂ ਕਿ ਜਿੱਦਾਂ ਦੇ ਹਾਲਾਤ ਸੀਗੇ, ਜਿਹੜੇ ਜਿਸ ਤਰ੍ਹਾਂ ਦੀ ਆਰਥਿਕ ਤੌਰ ਤੇ ਪੰਜਾਬ ਜਿਹੜਾ ਉਹ ਕਰਜ਼ੇ ਦੇ ਜਾਲ 'ਚ ਫਸ ਚੁੱਕਾ, ਦਿਵਾਲੀਆ ਹੋ ਚੁੱਕਾ ਇੱਕ ਤਰ੍ਹਾਂ ਨਾਲ, ਉਹਦੇ 'ਚ ਜਿਹੜਾ ਇਸੇ ਤਰ੍ਹਾਂ ਦਾ ਬਜਟ ਆ ਸਕਦਾ ਸੀ। ਕੋਈ ਵੀ ਸਰਕਾਰ ਬਿਨਾਂ ਸਾਧਨਾਂ ਤੋਂ, ਜਿਹਦੇ ਕੋਲ ਸਾਧਨ ਆਉਣ ਦੀ, ਤੁਹਾਡੇ ਕੋਲ ਵਿੱਤ ਆਉਣ ਦੀ, ਜਿਹੜੇ ਪੈਸੇ ਆਉਣ ਦੀ ਕੋਈ ਸੰਭਾਵਨਾ ਨਹੀਂ, ਤੁਸੀਂ ਹਵਾ 'ਚ ਬਜਟ ਬਣਾ ਕੇ ਕੋਈ ਵੱਡੇ ਵਾਅਦੇ ਨਹੀਂ ਤੁਸੀਂ ਕਰ ਸਕਦੇ, ਉਹ ਜਿਹੜੀਆਂ ਐਲੋਕੇਸ਼ਨਾਂ ਨਹੀਂ ਕਰ ਸਕਦੇ, ਜਿਹੜੇ ਪੈਸੇ ਤੁਸੀਂ ਆਣੇ ਹੀ ਨਹੀਂ। ਇਹਦੇ 'ਚ ਵੀ ਜਿਹੜਾ ਕਾਫੀ ਘਾਟਾ ਹੈਗਾ ਜਿਹੜਾ ਉਹ ਬਜਟ ਦੇ ਵਿੱਚ, ਉਹ ਪਤਾ ਨਹੀਂ ਪੈਸਾ ਕਿੱਥੋਂ ਆਉਂਦਾ ਜਾਂ ਕਿੰਨਾ ਬਜਟ ਇੰਪਲੀਮੈਂਟ ਹੁੰਦਾ, ਉਹ ਦੇਖਣ ਵਾਲੀ ਗੱਲ ਹੈ। ਪਰ ਜਿੱਦਾਂ ਤੁਸੀਂ ਕਿਹਾ ਸਿਹਤ ਸਿੱਖਿਆ ਦੇ ਉੱਤੇ ਤੇ ਖੇਤੀਬਾੜੀ ਤੇ ਉਹਨਾਂ ਨੇ ਫੋਕਸ ਕੀਤਾ ਹੈਗਾ, ਤੇ ਉਹ ਜਿਹੜਾ ਬਹੁਤਾ ਜ਼ਿਆਦਾ ਖਲਾਰਾ ਉਹਨਾਂ ਨੇ ਪਾਇਆ ਨਹੀਂ ਹੈਗਾ। ਤੇ ਇਸ ਕਰਕੇ ਮੈਨੂੰ ਤਾਂ ਲੱਗਦਾ ਜੋ ਅੱਜ ਦੀਆਂ ਸਥਿਤੀਆਂ ਜਿਹੜੀਆਂ ਹੈਗੀਆਂ, ਜਿਹੜਾ ਇਹਨਾਂ ਨੇ ਵਾਈਟ ਪੇਪਰ ਵੀ ਜਾਰੀ ਕੀਤਾ ਸੀ ਰਾਜ ਦੀ ਵਿੱਤੀ ਹਾਲਤ ਬਾਰੇ, ਉਹਦੇ 'ਚ ਵੀ ਦੱਸਿਆ ਸੀਗਾ ਕਿ 2 ਲੱਖ ਜਿਹੜਾ 3,63,000 ਕਰੋੜ ਦਾ ਇਹਨਾਂ ਸਿਰ ਕਰਜ਼ਾ ਹੈ, ਤੇ ਬਾਕੀ ਜਿਹੜੀ ਸਰਕਾਰੀ ਬੋਰਡ ਕਾਰਪੋਰੇਸ਼ਨਾਂ ਹੁੰਦੀਆਂ ਉਹਨਾਂ ਨੇ ਆਪਣਾ ਵੱਖਰੇ ਕਰਜ਼ੇ ਲਏ ਹੋਏ ਆ।
ਉਹ ਵੀ ਜਿਹੜੇ 55 ਮੇਰੇ ਖਿਆਲ 55,000 ਲੱਖ ਦਾ ਕਰਜ਼ਾ ਉਹ ਵੀ ਇਹਨਾਂ ਦੇ ਸਿਰ ਆ, ਕੋਈ 22,000 ਲੱਖ ਦਾ ਕੋਈ ਹੋਰ ਕਰਜ਼ਾ ਇਹਨਾਂ ਦੇ ਸਿਰ ਹੈਗਾ, ਸਟੇਟ ਦੇ ਸਿੱਧਾ ਕਰਜ਼ਾ ਉਹਨਾਂ ਦੇ ਸਿਰ ਆ। ਸੋ ਇਸ ਤਰ੍ਹਾਂ ਪੰਜਾਬ ਦਾ ਜਿਹੜਾ ਵਾਲ ਕਰਜ਼ੇ 'ਚ ਬਿਨਿਆ ਪਿਆ, ਉਹਦੇ ਵਿੱਚ ਜੋ ਜਿਹੜਾ ਘੱਟੋ ਘੱਟ ਹੋ ਸਕਦਾ ਸੀ ਉਹ ਉਹਨਾਂ ਨੇ ਕਰਨ ਦਾ ਯਤਨ ਕੀਤੀ ਹੈ। ਪਰ ਮੈਂ ਨਾਲ ਇਸ ਗੱਲ ਨਾਲ ਮੈਂ ਸਰਕਾਰ ਨਾਲ ਸਹਿਮਤ ਨਹੀਂ ਹੈਗਾ ਕਿ ਜਿਹੜਾ ਇਹਨਾਂ ਨੇ ਜਿਹੜੀਆਂ 300 ਯੂਨਿਟ ਮੁਫਤ ਬਿਜਲੀ ਦੇਣ ਦਾ ਉਹ ਜਿਹੜਾ ਅੱਖ ਚੱਬ ਰਿਹਾ, ਸਾਧਨ ਸਾਡੇ ਕੋਲ ਹੈ ਨਹੀਂ। ਪਾਵਰ ਕਾਰਪੋਰੇਸ਼ਨ ਨੂੰ ਪਹਿਲਾਂ ਹੀ ਕਾਫੀ ਪੈਸੇ ਜਿਹੜੇ ਪੰਜਾਬ ਗਵਰਨਮੈਂਟ ਨੇ ਦੇਣੇ ਆ, ਤੇ ਇਹਦੇ ਵਿੱਚ ਹੋਰ ਭਾਰ ਜਿਹੜਾ ਸਰਕਾਰ ਤੇ ਵੱਧ ਜਾਣਾ। ਇਹਦੇ ਨਾਲ ਹੀ ਸਰਕਾਰ ਨੇ ਇਹ ਵੀ ਕਿਹਾ ਕਿ ਅਸੀਂ ਔਰਤਾਂ ਨੂੰ ਵੀ ਜਿਹੜੇ 18 ਸਾਲ ਤੋਂ ਉੱਪਰ ਆ ਉਹ ਜਿਹੜਾ ਉਹਨਾਂ ਨੂੰ ਵੀ 1,000 ਰੁਪਇਆ ਮਹੀਨਾ ਦੇਵਾਂਗੇ, 13,000 ਕਰੋੜ ਦਾ ਉਹ ਇਹਨਾਂ ਦਾ ਮਹੀਨੇ ਦਾ ਬਿੱਲ ਬਣਿਆ ਕਰਨਾ। ਇੱਦਾਂ ਦੇਸ਼ ਇੱਦਾਂ ਕੋਈ ਵੀ ਸੂਬਾ ਚੱਲ ਨਹੀਂ ਸਕਦਾ। ਇਸ ਵੇਲੇ ਦੀ ਲੋੜ ਹੈ ਕਿ ਵਿਰੋਧੀ ਪਾਰਟੀਆਂ ਮੁਕਾਬਲੇਬਾਜ਼ੀ ਦੀ ਰਾਜਨੀਤੀ ਛੱਡ ਕੇ ਇਕੱਠੀਆਂ ਹੋ ਕੇ ਬੈਠਣ ਤੇ ਜੋ ਸਹੀ ਢੰਗ ਨਾਲ ਜਿਹੜਾ ਸਿਹਤ, ਸਿੱਖਿਆ ਤੇ ਰੁਜ਼ਗਾਰ ਤੇ ਫੋਕਸ ਕਰਕੇ ਜਿਹੜਾ ਉਹ ਪੰਜਾਬ ਦੇ ਸਾਧਨ ਉਸ ਪਾਸੇ ਲੱਗਣੇ ਚਾਹੀਦੇ ਆ। ਇਹ ਮੁਫਤ ਖੋਰੀ ਦੀਆਂ ਸਕੀਮਾਂ ਜਿਹੜੀਆਂ ਪਿਛਲੇ ਕਈ ਦਹਾਕਿਆਂ ਤੋਂ ਚੱਲਦੀਆਂ ਆ ਰਹੀਆਂ ਉਹ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ। ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਹਾਇਤਾ ਜ਼ਰੂਰ ਦੇਣੀ ਚਾਹੀਦੀ ਹੈ ਜਿੰਨੀ ਕਿ ਸਰਕਾਰ ਦੇ ਸਕਦੀ ਹੈ ਵੱਖ-ਵੱਖ ਖੇਤਰਾਂ 'ਚ। ਉਹਦਾ ਜ਼ਿਆਦਾ ਸਿਹਤ ਤੇ ਸਿੱਖਿਆ ਤੇ ਜ਼ਿਆਦਾ ਸਹਾਇਤਾ ਜਿਹੜੀ ਹੈ ਗਰੀਬ ਲੋਕਾਂ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਵਾ ਕੇ ਕੁਛ ਬਣ ਸਕਣ। ਤੇ ਵਾਤਾਵਰਨ ਸਾਡਾ ਖਰਾਬ ਆ, ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਆ। ਆਪਣੇ ਸਿਹਤ ਦੇ ਵਿਭਾਗ ਨੂੰ ਚੁਸਤ ਦਰੁਸਤ ਕਰਨ ਦੀ ਲੋੜ ਹੈ। ਤੇ ਸੋ ਇਦਾਂ ਦੀਆਂ ਚੀਜ਼ਾਂ ਜਿਹਦੇ ਨਾਲ ਪੰਜਾਬ ਅੱਗੇ ਇੱਕ ਵਿਕਾਸ ਦੇ ਰਾਹ ਤੇ ਪੈ ਸਕਦਾ, ਉਹਦੀ ਆਰਥਿਕਤਾ ਮਜ਼ਬੂਤ ਹੋ ਸਕਦੀ ਹੈ, ਉਸ ਪਾਸੇ ਤੁਰਨਾ ਚਾਹੀਦਾ। ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੈ ਨਹੀਂ ਗੀਆਂ ਉਹ ਮੁਫਤ ਦੀਆਂ ਰੇਹੜੀਆਂ ਵੰਡਣੀਆਂ ਜਿਹੜੀਆਂ ਬੰਦ ਕਰਨੀਆਂ ਚਾਹੀਦੀਆਂ। ਜੇ ਅੱਜ ਬੰਦ ਕਰ ਦੋ ਤਾਂ ਵੀ ਚੰਗਾ, ਨਹੀਂ ਤਾਂ ਇੰਨਾ ਨੁਕਸਾਨ ਹੋਣ ਤੋਂ ਬਾਅਦ ਫੇਰ ਬੰਦ ਕਰੋਗੇ, ਬੰਦ ਤਾਂ ਤੁਹਾਨੂੰ ਕਰਨਾ ਪੈਣਾ। ਜਿਹੜੀ ਚੀਜ਼ ਤੁਹਾਡੇ ਕੋਲ ਹੈ ਹੀ ਨਹੀਂ ਉਹ ਤੁਸੀਂ ਵੰਡ ਨਹੀਂ ਸਕਦੇ। ਬਿਲਕੁਲ। ਮਾਨ ਸਰਕਾਰ ਵੱਲੋਂ ਬਜਟ ਪੇਸ਼ ਕਰਨ ਤੋਂ ਬਾਅਦ ਸਦਨ ਦੇ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਕਿ ਭ੍ਰਿਸ਼ਟ ਤੰਤਰ ਤੋਂ ਇੱਕ ਪੈਸਾ ਵਸੂਲਾਂਗੇ। ਭ੍ਰਿਸ਼ਟਾਚਾਰੀ ਚਾਹੇ ਕਿਸੇ ਪਾਰਟੀ ਵਿੱਚ ਸ਼ਾਮਿਲ ਹੋਣ ਜਾਂ ਹੋ ਜਾਣ, ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰ, ਅਸੀਂ ਦੇਖਿਆ ਕਿ ਮਾਨ ਸਰਕਾਰ ਸ਼ੁਰੂ ਤੋਂ ਹੀ ਭ੍ਰਿਸ਼ਟਾਚਾਰ ਦੇ ਉੱਤੇ ਬੜੀ ਸਖਤ ਹੈ। ਮਾਨਕ ਜੀ, ਕੀ ਲੱਗਦਾ ਹੈ ਕਿ ਸਰਕਾਰ ਦੇ ਪੂਰੇ ਕਾਰਜਕਾਲ ਦੌਰਾਨ ਹੋਰ ਵੱਡੇ ਚਿਹਰੇ ਵੀ ਨੰਗੇ ਹੋਣਗੇ? ਕਿਤੇ ਵਿਰੋਧੀ ਧਿਰਾਂ ਇਸ ਤੌਖਲੇ ਕਰਕੇ ਤਾਂ ਨਹੀਂ ਵਾਰ-ਵਾਰ ਸਰਕਾਰ ਨੂੰ ਬੈਕਫੁੱਟ ਤੇ ਲਿਜਾਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀਆਂ? ਕਿਉਂਕਿ ਪਹਿਲਾਂ ਕਦੇ ਵੀ ਵਿਰੋਧੀ ਧਿਰਾਂ ਨੂੰ ਕਦੇ ਵੀ ਆਪਾਂ ਸਾਰਿਆਂ ਨੇ ਇੰਨਾ ਐਕਟਿਵ ਨਹੀਂ ਸੀ ਦੇਖਿਆ। ਦੇਖੋ, ਗੱਲ ਤਰਨਜੀਤ ਜੀ ਇਹ ਹੈ ਕਿ ਜੇ ਤਾਂ ਜਿਹੜੇ ਭ੍ਰਿਸ਼ਟਾਚਾਰ ਦੇ ਠੋਸ ਸਬੂਤ ਹੈਗੇ ਜੀ, ਇਹਨਾਂ ਨੂੰ ਸਮੁੱਚੇ ਤੌਰ ਤੇ ਜਿਹੜੀ ਇੱਕ ਵਾਰ ਜਾਂਚ ਕਰਾ ਲੈਣੀ ਚਾਹੀਦੀ ਆ, ਕਮੇਟੀ ਬਣਾ ਦੇਣ ਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਜਿਹੜਾ ਕਿਹੜੇ ਵਿਭਾਗ 'ਚ ਕਿਸ ਤਰ੍ਹਾਂ ਦੇ ਘਪਲੇ ਹੋਏ ਆ, ਇਹਨਾਂ ਬਾਰੇ ਇੱਕ ਪੇਪਰ ਜਿਹੜਾ ਤਿਆਰ ਕਰਵਾ ਲੈਣ, ਦਸਤਾਵੇਜ਼ ਤਿਆਰ ਕਰਾ ਲੈਣ। ਜਿਨ੍ਹਾਂ ਮਾਮਲਿਆਂ 'ਚ ਠੋਸ ਸਬੂਤ ਹੈ ਉਹਨਾਂ ਮਾਮਲਿਆਂ 'ਚ ਕਾਰਵਾਈ ਕਰਨੀ ਚਾਹੀਦੀ ਹੈ। ਬਾਕੀ ਜਿਹੀ ਕਾਰਵਾਈ ਚੋਂ ਬਦਲਾ ਲਊ ਰਾਜਨੀਤੀ ਦੀ ਬੂ ਨਹੀਂ ਆਣੀ ਚਾਹੀਦੀ ਕਿ ਫਿਰ ਸਰਕਾਰ ਉਲਝ ਕੇ ਰਹਿ ਜਾਏਗੀ। ਬਾਕੀ ਤਰਨਜੀਤ ਜੀ, ਪੰਜਾਬ 'ਚ ਭ੍ਰਿਸ਼ਟਾਚਾਰ ਵੱਧ ਬਹੁਤ ਚੁੱਕਾ, ਜਿਹੜਾ ਇਹਦੇ 'ਚ ਬਹੁਤ ਜ਼ਿਆਦਾ ਜਿਹੜਾ ਵਾਧਾ ਹੋਇਆ, ਪਿਛਲੀਆਂ ਸਰਕਾਰਾਂ ਨੇ ਇੱਧਰ ਧਿਆਨ ਵੀ ਨਹੀਂ ਦਿੱਤਾ। ਹਰ ਕੰਮ ਜਿਹੜਾ ਬਹੁਤ ਸਾਰੇ ਜਾਇਜ਼ ਕੰਮ ਵੀ ਲੋਕਾਂ ਦੇ ਪੈਸੇ ਦੇਣ ਤੋਂ ਬਿਨਾਂ ਨਹੀਂ ਹੁੰਦੇ। ਤੇ ਫਿਰ ਜਿਹੜੇ ਇੱਥੇ ਸਨਅਤਕਾਰ ਇੱਥੇ ਕੰਮ ਕਰਦੇ ਆ, ਵਪਾਰੀ ਇੱਥੇ ਕੰਮ ਕਰਦੇ ਆ, ਉਹਨਾਂ ਨੂੰ ਵੀ ਜਿਹੜਾ ਵੱਖ-ਵੱਖ ਸਰਕਾਰੀ ਅਦਾਰੇ ਆ ਉਹਨਾਂ ਦੇ ਹੱਥੋਂ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣਾ ਪੈਂਦਾ। ਸੋ ਇਸ ਕਰਕੇ ਜਿੱਦਾਂ ਹੁਣ ਤੁਸੀਂ ਦੇਖਿਆ ਹੀ ਹੈ ਕਿ ਇੱਕ IAS ਅਫਸਰ ਜਿਹੜਾ ਪੋਪਲੀਓ ਫੜਿਆ ਗਿਆ ਸੀਗਾ, ਉਹਦੇ ਕੋਲੋਂ ਤੇ ਜੇ ਕੋਈ 12 ਕਿਲੋ ਸੋਨਾ ਉਹਨਾਂ ਦੇ ਘਰੋਂ ਚੋਂ ਲੱਭ ਰਿਹਾ। ਇਹ ਠੀਕ ਹੈ ਕਿ ਉਹਦੇ ਪੁੱਤਰ ਨੇ ਜਿਹੜਾ ਇਹ ਜੋ ਸਥਿਤੀ ਪੈਦਾ ਹੋਈ ਉਹ ਤੋਂ ਦੁਖੀ ਹੋ ਕੇ ਉਹਨੇ ਆਤਮ ਹੱਤਿਆ ਕਰ ਲਈ, ਜਿਹੜਾ ਕਾਰਤਿਕ ਪੋਪਲੀ ਨੇ। ਦੁੱਖ ਵਾਲੀ ਗੱਲ ਹੈ, ਉਦੋਂ ਮੈਨੂੰ ਵੀ ਬੜੀ ਪਰੇਸ਼ਾਨੀ ਹੋਈ ਸੀ। ਤੇ ਇੱਕ ਹੋਣਹਾਰ ਨੌਜਵਾਨ ਜਿਹੜਾ ਉਹ ਇਸ ਤਰ੍ਹਾਂ ਉਹਨੇ ਆਪਣੇ ਆਪ ਨੂੰ ਖੁਦਕੁਸ਼ੀ ਕਰ ਲਈ। ਤੇ ਪਰ ਉਹਦੇ ਲਈ ਸਰਕਾਰ ਘੱਟ ਜ਼ਿੰਮੇਵਾਰ ਆ, ਜਿਹੜਾ ਉਹਦਾ ਬਾਪ ਜ਼ਿਆਦਾ ਜ਼ਿੰਮੇਵਾਰ ਹੈ, ਜਿਹਨੇ ਇੰਨੇ ਪੈਸੇ ਇਕੱਠੇ ਕੀਤੇ ਤੇ ਉਹਦੇ ਕਰਕੇ ਉਹਦੇ ਪਰਿਵਾਰ ਦੀ ਬੇਇੱਜ਼ਤੀ ਹੋਈ ਤੇ ਉਸ ਬੇਇੱਜ਼ਤੀ ਨੂੰ ਨਾ ਸਹਿੰਦਾ ਹੋਇਆ ਉਹਦਾ ਨੌਜਵਾਨ ਜਿਹੜਾ ਲੜਕਾ ਉਹ ਖੁਦਕੁਸ਼ੀ ਕਰ ਗਿਆ। ਇੱਕ ਦੁਖਦਾਈ ਗੱਲ ਹੈ। ਪਰ ਇਹਦੇ ਬਾਵਜੂਦ ਜੇ ਪੰਜਾਬ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਤਾਂ ਤੁਹਾਨੂੰ ਹਰ ਖੇਤਰ 'ਚ ਜਿਹੜਾ ਭ੍ਰਿਸ਼ਟਾਚਾਰ ਜਿਹੜਾ ਬਹੁਤ ਵੱਡੀ ਪੱਧਰ ਤੇ ਵੱਧ ਗਿਆ, ਇਹਨੂੰ ਕਾਬੂ ਕਰਨਾ ਚਾਹੀਦਾ। ਤੇ ਸਰਕਾਰ ਨੂੰ ਜਿਹੜਾ ਆਪਣੀ ਰਾਜਨੀਤੀ ਚਲਾਉਂਦੇ ਆ, ਪਾਰਟੀ 'ਚ ਆਮ ਆਦਮੀ ਪਾਰਟੀ ਚਲਾਉਂਦੇ ਆ, ਬਿਨਾਂ ਸ਼ੱਕ ਪੈਸਿਆਂ ਦੀ ਲੋੜ ਹੁੰਦੀ ਹੈ।
ਪਰ ਆਪਣੀ ਪਾਰਟੀ ਚਲਾਉਂਦਿਆਂ ਵੀ ਵੱਡੀ ਪੱਧਰ ਤੇ ਜੇ ਖੁਦ ਭ੍ਰਿਸ਼ਟਾਚਾਰ ਕਰਨਗੇ, ਜਿੱਦਾਂ ਰਾਜ ਸਭਾ ਦੀਆਂ ਜਦੋਂ ਇਹਨਾਂ ਨੇ ਸੀਟਾਂ ਵੰਡੀਆਂ ਤਾਂ ਉਹਦੇ 'ਚ ਲੋਕਾਂ ਨੇ ਦੋਸ਼ ਲਾਏ ਸੀ ਕਿ ਪੈਸੇ ਦੇ ਕੇ ਇਹਨਾਂ ਨੇ ਰਾਜ ਸਭਾ 'ਚ ਬੰਦੇ ਭੇਜੇ ਆ। ਇੱਦਾਂ ਦੇ ਭ੍ਰਿਸ਼ਟਾਚਾਰ ਤੋਂ ਇਹਨਾਂ ਨੂੰ ਖੁਦ ਵੀ ਬਚਣਾ ਚਾਹੀਦਾ, ਪਰ ਨਾਲ ਜਿਹੜਾ ਵੱਖ-ਵੱਖ ਖੇਤਰਾਂ 'ਚ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਇਹਨੂੰ ਲਾਜ਼ਮੀ ਤੌਰ ਤੇ ਰੋਕਣਾ ਚਾਹੀਦਾ, ਕਾਬੂ ਕਰਨਾ ਚਾਹੀਦਾ। ਲੋਕਾਂ ਦੇ ਜਿਹੜੇ ਕੰਮ ਆ ਉਹ ਬਿਨਾਂ ਰਿਸ਼ਵਤ ਤੋਂ ਹੋਣੇ ਚਾਹੀਦੇ ਆ। ਜੀ, ਭ੍ਰਿਸ਼ਟਾਚਾਰ ਦੀ ਗੱਲ ਹੋ ਰਹੀ ਹੈ ਤਾਂ ਇੱਕ ਤਾਜ਼ਾ ਮਾਮਲੇ ਤਹਿਤ ਮੈਡੀਕਲ ਸਟੋਰ ਦਾ ਲਾਇਸੈਂਸ ਬਣਾਉਣ ਲਈ ਰਿਸ਼ਵਤ ਦੇ ਮਾਮਲੇ ਵਿੱਚ ਡਰੱਗ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਸਰਕਾਰ ਦੇ ਸਖਤ ਤੇਵਰਾਂ ਦੇ ਬਾਵਜੂਦ ਐਸੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਨੇ। ਮਾਨਕ ਜੀ, ਕੀ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਠੱਲ ਪਾ ਸਕਦੀ ਹੈ? ਕਿ ਭ੍ਰਿਸ਼ਟ ਲੋਕ ਸਰਕਾਰ ਦੀ ਸਖਤੀ ਤੋਂ ਬੇਖਬਰ ਨੇ ਜਾਂ ਉਹਨਾਂ ਅੰਦਰ ਸਰਕਾਰ ਦਾ ਡਰ ਹੀ ਨਹੀਂ ਹੈ? ਤੁਸੀਂ ਕਿੱਥੇ ਕਮੀ ਦੇਖਦੇ ਹੋ? ਦੇਖੋ, ਇਹਦੇ 'ਚ ਤਨਜੀਤ ਦੀ ਗੱਲ ਇਹ ਹੈ ਜਿਹੜੀ ਨਾ ਕਿ ਲੋਕਾਂ ਨੂੰ ਇਹ ਜਿਹੜਾ ਵਰਤਾਰਾ ਦਹਾਕਿਆਂ ਦਾ ਚੱਲਦਾ ਆ ਰਿਹਾ, ਕੋਈ ਵੀ ਕੰਮ ਜਿਹੜਾ ਉਹ ਬਿਨਾਂ ਪੈਸੇ ਤੋਂ ਹੁੰਦਾ ਨਹੀਂ ਤੇ ਉਹ ਵਰਤਾਰਾ ਜਿਹੜਾ ਚੱਲ ਰਿਹਾ ਅਫਸਰਸ਼ਾਹੀ ਨੂੰ ਇਹ ਲੱਗਦਾ, ਹਜੇ ਵੀ ਇਹ ਲੱਗਦਾ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ ਤੇ ਅਸੀਂ ਆਪਣਾ 4th ਕਲਾਸ ਜਿੱਦਾਂ ਬਵਲੀਨ ਨੇ ਕੀਤਾ, ਉਹ ਗੁਰਦਾਸਪੁਰ ਤੇ ਪਠਾਨਕੋਟ 'ਚ ਡਰੱਗ ਇੰਸਪੈਕਟਰ ਦੇ ਤੌਰ ਤੇ ਕੰਮ ਕਰਦੀ ਆ। 2 ਉਹਦੇ ਕੋਲ ਜ਼ਿਲ੍ਹੇ ਹੈਗੇ ਆ ਕਿਸਮ ਦੇ, ਉਹਦੇ 'ਚ ਜਿਹੜਾ ਹੁਣ ਕੋਈ ਬੰਦਾ ਉਹਨੇ ਦੁਕਾਨ ਖੋਲਣੀ ਹੈ ਦਵਾਈਆਂ ਵੇਚਣ ਦੀ, ਉਹਦੇ ਕੋਲੋਂ ਉਹ ਪੈਸੇ ਮੰਗ ਰਹੀ ਹੈ। 90,000 ਦਾ ਸੌਦਾ ਹੋਇਆ ਸੀਗਾ, ਇੱਕ ਕਿਸ਼ਤ ਲੈ ਰਹੀ ਸੀ, ਦੂਜੀ ਬਾਅਦ ਚ ਲੈਣੀ ਸੀ। ਇਹ ਤਾਂ ਇੱਕ ਮਿਸਾਲ ਹੈ। ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਲਗਭਗ ਬਹੁਤੇ ਸਰਕਾਰੀ ਵਿਭਾਗਾਂ 'ਚ ਇਦਾਂ ਦੇ ਹੁੰਦੇ ਆ ਤੇ ਉਹਦੇ 'ਚ ਜਿਹੜਾ ਉਹ ਫਸ ਗਈ ਆ ਉਸ ਮਾਮਲੇ 'ਚ, ਕਿਉਂਕਿ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਸੀ ਉਹ ਨਹੀਂ ਫਸਾਤਾ ਉਹਨੂੰ। ਤੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹਨੂੰ ਰੋਕਣ ਲਈ ਇਹੀ ਹੈ ਵੀ ਅਸੀਂ ਇਹਨਾਂ ਦੇ ਖਿਲਾਫ, ਇਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਸਖਤ ਕਾਰਵਾਈ ਹੋਊਗੀ ਤਾਂ ਜਿਹੜਾ ਦੂਜੇ ਜਿਹੜੇ ਭ੍ਰਿਸ਼ਟ ਕਰਮਚਾਰੀ ਆ ਉਹਨਾਂ ਨੂੰ ਸੰਦੇਸ਼ ਜਾਏਗਾ ਕਿ ਅਸੀਂ ਭ੍ਰਿਸ਼ਟਾਚਾਰ ਕਰਕੇ ਬਚ ਨਹੀਂ ਸਕਦੇ, ਫਸ ਸਕਦੇ ਹਾਂ। ਬਿਲਕੁਲ। ਸੂਬਿਆਂ ਦੀ GST ਦੀ ਲੱਗੀ ਰੋਕ ਦਾ ਮਸਲਾ ਜਿਉਂ ਦਾ ਤਿਉਂ ਖੜਾ ਹੈ। GST ਕੌਂਸਲ ਵੱਲੋਂ ਸੂਬਿਆਂ ਨੂੰ ਮੁਆਵਜ਼ਾ ਦੇਣ ਸੰਬੰਧੀ ਵੀ ਕੋਈ ਫੈਸਲਾ ਨਹੀਂ ਹੋ ਸਕਿਆ। ਕੀ ਇਹ ਮਸਲਾ ਵੀ ਕੇਂਦਰ ਦੁਆਰਾ ਸੂਬਿਆਂ ਦੇ ਅਧਿਕਾਰਾਂ ਨੂੰ ਸੀਮਿਤ ਕੀਤੇ ਜਾਣ ਵਿੱਚ ਸ਼ੁਮਾਰ ਹੈ? ਮਾਨਕ ਜੀ, ਜੇ ਰੋਕ ਲਾਗੂ ਰਹਿੰਦੀ ਹੈ ਤਾਂ ਸੂਬਿਆਂ ਨੂੰ ਕਿੰਨਾ ਕੁ ਆਰਥਿਕ ਘਾਟਾ ਉਠਾਉਣ ਦਾ ਮਤਲਬ ਪੈ ਸਕਦਾ ਉਹਨਾਂ ਨੂੰ ਘਾਟਾ ਉਠਾਉਣਾ? ਉਹਦੇ 'ਚ ਗੱਲ ਤਨਜੀਤ ਜੀ ਇਹ ਹੈ, ਜਦੋਂ ਇਹ ਕਈ ਸਾਲ ਪਹਿਲਾਂ ਬੜੇ ਢੋਲ ਢਮੱਕੇ ਨਾਲ ਇਹ GST ਪ੍ਰਬੰਧ ਲਾਗੂ ਕੀਤਾ ਗਿਆ, ਉਹਦੇ 'ਚ ਬਹੁਤ ਸਾਰੇ ਨੁਕਸ ਸੀਗੇ। ਟੈਕਸ ਜਿਹੜੀਆਂ ਰਿਵੇਟ ਹੈ, ਟੈਕਸ ਉਹ ਜਿਹੜੀਆਂ ਦਰਾਂ ਟੈਕਸ ਦੀਆਂ ਉਹ ਬਹੁਤ ਜ਼ਿਆਦਾ ਸੀਆਂ, ਗੁੰਝਲਦਾਰ ਸੀਆਂ। ਇਹਦੇ ਕਰਕੇ ਜਿਹੜਾ ਇਹਦੇ 'ਚੋਂ ਬਹੁਤ ਸਾਰੀਆਂ ਸੋਧਾਂ ਕਰਨੀਆਂ ਪਈਆਂ। ਬਹੁਤ ਸਾਰੇ ਜਿਹੜੇ ਸਨਅਤਕਾਰ ਵਪਾਰੀ ਸੀ ਉਹਨਾਂ ਨੂੰ ਰਿਟਰਨਾਂ ਦਾਖਲ ਕਰਨ 'ਚ ਮੁਸ਼ਕਲਾਂ ਆਈਆਂ। ਕਈ ਲੋਕ ਤਾਂ ਜਿਹੜੇ ਆ ਉਦੋਂ ਜਿਹੜਾ ਚਾਰਟਰਡ ਅਕਾਊਂਟੈਂਟ ਜਿਹੜੇ ਸੀ ਉਹਨਾਂ ਤੇ ਇੰਨਾ ਪ੍ਰੈਸ਼ਰ ਪਿਆ, ਕਈ ਲੋਕ ਉਹਦੇ ਕਰਕੇ ਹੁਣ ਕਈਆਂ ਨੂੰ ਹਾਰਟ ਅਟੈਕ ਵੀ ਹੋਏ ਤੇ ਉਹ ਸਾਰਾ ਸਦਮਾ ਜਿਹੜਾ ਆ ਉਹਦੇ 'ਚੋਂ ਸਾਰੇ ਲੋਕ ਗੁਜ਼ਰੇ ਆ। ਉਹ ਦੇਸ਼ ਦੀ ਵਿਕਾਸ ਦਰ ਤੇ ਵੀ ਅਸਰ ਪਿਆ। ਪਹਿਲਾਂ ਨੋਟਬੰਦੀ ਨੇ ਦੇਸ਼ ਦੀ ਵਿਕਾਸ ਦਰ ਤੇ ਅਸਰ ਪਾਇਆ, ਫਿਰ ਜਿਹੜੀ ਨੁਕਸਦਾਰ GST ਨੇ ਪਾਇਆ ਤੇ ਉਹਦੇ ਤੇ ਬਾਅਦ ਫਿਰ ਕਰੋਨਾ ਆ ਗਿਆ। ਇਹਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਜਿਹੜਾ ਸਰਕਾਰ ਆ ਉਹ ਜਿਹੜੀ ਦਾਅਵੇ ਤਾਂ ਇਹ ਕਰਦੀ ਆ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਹੈ, ਅਮਲੀ ਰੂਪ 'ਚ ਸਰਕਾਰਾਂ ਆਪਣੀ ਆਮਦਨ ਦੁੱਗਣੀ ਕਰਨ ਤੇ ਲੱਗੀਆਂ ਹੋਈਆਂ ਤੇ ਇਹਦੇ 'ਚ ਹੁਣ ਆ ਜਿਹੜੀ ਇਹਨਾਂ ਨੇ ਮੀਟਿੰਗ ਚੰਡੀਗੜ੍ਹ ਹੋਈ ਹੈ, ਭਾਵੇਂ ਇਹਨਾਂ ਦੀ ਆਮ ਸਹਿਮਤੀ ਨਾਲ ਹੀ ਹੋਈ ਹੈ ਕਿ ਪੈਸੇ ਇਕੱਠੇ ਕਰਨੇ ਹੋਣ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਲੋਕਾਂ ਦੀ ਛਿੱਲ ਲਾਣੀ ਹੋਵੇ ਤੇ ਸਾਰੀਆਂ ਇਕੱਠੀਆਂ ਹੋ ਜਾਣੀਆਂ। ਹੁਣ ਜਿਹੜੀ ਇਹ GST ਤੇ ਦੇਖੋ ਕਿੱਦਾਂ ਦੀਆਂ ਚੀਜ਼ਾਂ ਤੇ ਟੈਕਸ ਲਾਇਆ ਜਾ ਰਿਹਾ। ਪ੍ਰਿੰਟਿੰਗ, ਲਿਖਤੀ ਤੇ ਡਰਾਇੰਗ ਵਾਲੀ ਸਿਆਹੀ ਇਹ ਤੇ 12% ਪਹਿਲਾਂ ਸੀ, 18% ਇਹਨਾਂ ਨੇ GST ਕਰਤੀ ਹੈ। ਚਾਕੂ, ਬਲੇਡ, ਪੈਨਸਲ, ਸ਼ਾਰਪਨਰ, ਚਮਚੇ, ਕਾਂਟੇ, ਛਲਣੀ ਜਾਂ ਛਾਣਨੀ ਹੋਊ ਤੇ 12% ਤੋਂ 18% ਕਰਤਾ। ਟਿਊਬਵੈਲ, ਟਰਬਾਈਨ, ਪੰਪ, ਸਮਰਸੀਬਲ ਪੰਪ 12% ਤੋਂ 18%। ਫਲਾਂ ਤੇ ਖੇਤੀ ਵਰਤੋਂ 'ਚ ਆਉਣ ਵਾਲੀਆਂ ਮਸ਼ੀਨਾਂ, ਡੈਰੀ 'ਚ ਵਰਤੋਂ ਆਉਣ ਵਾਲੀਆਂ ਮਸ਼ੀਨਾਂ, ਇਹਨਾਂ ਤੇ 12% ਤੋਂ 18% ਲਾਤਾ। ਤੇ ਹੋਰ ਅੱਗੇ LED ਲਾਈਟਾਂ, ਸਰਕਟ ਬੋਰਡ, ਇਹਨਾਂ ਦੇ 12 ਤੋਂ ਸੀਗਾ ਪਹਿਲਾਂ ਟੈਕਸ, 18% ਕਰਦਾ। ਹੋਰ ਅੱਗੇ ਗੱਲ ਦੇਖੋ, ਚੈੱਕ, ਲੂਜ਼ ਅਤੇ ਬੁੱਕ ਦੇ ਰੂਪ 'ਚ ਜਿਹੜੀ ਚੈੱਕ ਬੁੱਕ ਬੈਂਕਾਂ 'ਚੋਂ ਲੈਂਦੇ ਹਾਂ ਅਸੀਂ, ਉਹਦੇ ਤੇ ਪਹਿਲਾਂ ਕੋਈ ਟੈਕਸ ਨਹੀਂ ਸੀਗਾ, ਹੁਣ 18% ਟੈਕਸ ਲਾਤਾ ਹੈ। 1000 ਰੁਪਏ ਪ੍ਰਤੀ ਦਿਨ ਵਾਲੇ ਹੋਟਲ ਤੇ ਜੇ 1000 ਦਾ ਤੁਸੀਂ ਕਮਰਾ ਕਿਤੇ ਰਹਿੰਦੇ ਆ, ਤੁਸੀਂ 1000 ਰੁਪਏ ਦਾ ਕਮਰਾ ਲੈਂਦੇ ਆ ਤੇ 12% ਉੱਤੇ ਲਾਤਾ। ਇਸ ਤੋਂ ਇਲਾਵਾ
ਇਹ ਜਿਹੜੀਆਂ ਦੂਸਰੀਆਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਹੈਗੀਆਂ ਜਿੱਦਾਂ ਪਨੀਰ ਹੈ, ਸ਼ਹਿਦ ਹੈ, ਜਿਹੜੀਆਂ ਉਹ ਇਦਾਂ ਦੀਆਂ ਮੱਖਣ ਹੈ ਜਾਂ ਜਿਹਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੈਕਟ ਬੰਦ ਹੈ ਖਾਣ ਪੀਣ ਦੀਆਂ ਚੀਜ਼ਾਂ, ਉਹਨਾਂ ਦੇ ਉੱਤੇ ਵੀ ਟੈਕਸ ਲਾਤਾ ਜਿਹੜਾ ਪਹਿਲਾਂ ਹੈ ਨਹੀਂ ਸੀਗਾ ਟੈਕਸ। ਮਤਲਬ ਲੋਕਾਂ ਦੀ ਚੰਮ ਲਾਉਣ ਤੇ ਲੋਕਾਂ ਦੀ ਛਿੱਲ ਲਾਉਣ ਤੋਂ ਬਿਨਾਂ ਇਹ ਸਾਡੀਆਂ ਰਾਜ ਸਰਕਾਰਾਂ, ਸਾਡੀ ਕੇਂਦਰ ਸਰਕਾਰ ਨੂੰ ਕੋਈ ਜਿਹੜਾ ਹੋਰ ਕੋਈ ਕੰਮ ਹੀ ਨਹੀਂ ਹੈਗਾ। ਜਿਹੜੀ ਉੱਥੇ ਵੱਡੇ ਵੱਡੇ ਬੈਂਕ ਜਿਹੜੇ ਸਰਕਾਰੀ ਸਰਪ੍ਰਸਤੀ ਜਿਹੜੇ ਕਰਜ਼ਾ ਤੋਂ ਆਉਂਦੇ ਆ, ਕਰੋੜਾਂ ਅਰਬਾਂ ਰੁਪਈਏ ਲੁੱਟ ਕੇ ਬਾਹਰ ਨੂੰ ਲੈ ਜਾਂਦੇ ਆ। ਥੋੜੇ ਜਿਹੇ ਹਜੇ ਕੁਝ ਦਿਨ ਸਾਹਮਣੇ ਆਇਆ ਇੱਕ ਹੋਰ ਵੱਡਾ ਬੈਂਕ ਘਟਾਲਾ ਹੋ ਗਿਆ ਤੇ ਇਹਦੇ 'ਚ ਲੋਕਾਂ ਦੇ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਜਾਂ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਉਹਨਾਂ ਪਰ ਇਹ ਟੈਕਸ ਲਾ ਰਹੇ ਆ। ਇਹਦੇ 'ਚ ਕਹਿੰਦੇ ਆ ਵੀ ਜਦੋਂ ਦੇਸ਼ ਨਹੀਂ ਆਜ਼ਾਦ ਹੋਇਆ ਸੀਗਾ ਤੇ ਜਿਹੜਾ ਬਰਤਾਨੀਆ ਦੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਸੀ ਚਰਚਲ, ਉਹਨੇ ਕਿਹਾ ਸੀਗਾ ਕਿ ਭਾਰਤ ਦੇ ਜਿਹੜੇ ਸਿਆਸਤਦਾਨ ਆ ਇਹ ਜਿਹੜੀ ਕ੍ਰਾਈਮ ਮਾਨਸਿਕਤਾ ਵਾਲੇ ਲੋਕ ਆ, ਮੋਟੀ ਚਮੜੀ ਵਾਲੇ ਲੋਕ ਆ। ਇਹ ਜਿਹੜੇ ਦੇਸ਼ ਨੂੰ ਬਿਹਤਰ ਪ੍ਰਸ਼ਾਸਨ ਦੇਣ ਦੇ ਕਾਬਿਲ ਨਹੀਂ ਹੈਗੇ ਤੇ ਇਹਨਾਂ ਦਾ ਮੌਕਾ ਲੱਗਿਆ ਤਾਂ ਇਹ ਪਾਣੀ ਤੇ ਵੀ ਟੈਕਸ ਲਾ ਦੇਣਗੇ। ਤੇ ਉਦੋਂ ਉਹਨਾਂ ਨੇ ਕਿਹਾ ਸੀਗਾ। ਤੇ ਸਾਡੇ ਜਿਹੜੇ ਸੀਨੀਅਰ ਪੱਤਰਕਾਰ ਖੁਸ਼ਵੰਤ ਸਿੰਘ ਜਿਹੜੀ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਉਹਨਾਂ ਨੇ ਇੱਕ ਕਾਲਮ ਲਿਖਿਆ ਸੀਗਾ ਵੀ ਸਾਡੇ ਦੇਸ਼ ਦੇ ਨੇਤਾਵਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਜੇ ਚਰਚਲ ਨੇ ਸਾਡੇ ਬਾਰੇ ਜੋ ਭਵਿੱਖਬਾਣੀ ਕੀਤੀ ਸੀ ਉਹਨੂੰ ਸੱਚ ਕਰਕੇ ਦਿਖਾਤਾ। ਤੇ ਹੁਣ ਵੀ ਇਹ ਆ ਕਿ ਇਹਨਾਂ ਨਗੂਣੀਆਂ ਚੀਜ਼ਾਂ ਤੇ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਤੇ ਖਾਣ ਪੀਣ ਦੀਆਂ ਚੀਜ਼ਾਂ ਤੇ ਤੁਸੀਂ ਜਿਹੜਾ ਟੈਕਸ ਲਾ ਰਹੇ ਆ ਉਹ ਵੀ ਅੱਗੇ ਮਹਿੰਗਾਈ ਜਿਹੜੀ ਆ ਪਹਿਲਾਂ ਹੀ ਬਹੁਤ ਵਧੀ ਹੈ, ਮਹਿੰਗਾਈ ਤੁਹਾਡੇ ਤੇ ਕਾਬੂ ਨਹੀਂ ਆਉਂਦੀ। ਤੇ ਇਸ ਤਰ੍ਹਾਂ ਦੀ ਮੈਨੂੰ ਤਾਂ ਇਹ ਸਾਰਾ GST ਦੀ ਜਿਹੜੀ ਚੰਡੀਗੜ੍ਹ ਮੀਟਿੰਗ ਹੋਈ ਹੈ ਇਹਦੇ ਫੈਸਲਿਆਂ ਤੋਂ ਮੈਨੂੰ ਬੜੀ ਨਿਰਾਸ਼ਾ ਹੋਈ ਹੈ। ਦੂਜੀ ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਸੀ ਜਦੋਂ GST ਦੀ ਸਕੀਮ ਲਾਗੂ ਕੀਤੀ ਹੈ ਜਿਹੜੀ 3-4 ਸਾਲ ਪਹਿਲਾਂ, ਇਹਨਾਂ ਨੇ ਕਿਹਾ ਸੀ 5 ਸਾਲ ਹੋ ਚੱਲੇ ਹੁਣ ਤਾਂ, ਇਹਨਾਂ ਨੇ ਕਿਹਾ ਸੀਗਾ ਕਿ ਜਿੰਨਾ ਤੁਹਾਨੂੰ ਰੈਵਨਿਊ ਦਾ ਘਾਟਾ ਪਏਗਾ ਰਾਜਾਂ ਨੂੰ ਉਹਦਾ ਜਿਹੜਾ ਤੁਹਾਡਾ ਜੋ ਰੈਵਨਿਊ ਤੁਸੀਂ ਇਕੱਠਾ ਕਰਦੇ ਆ ਉਹਦਾ 15% ਅਸੀਂ ਤੁਹਾਨੂੰ ਉਹਦਾ ਵਿਜ਼ਾਨਾ ਦੇਵਾਂਗੇ। ਹਾਂਜੀ, ਤੇ ਉਹ ਹੁਣ ਤੱਕ ਪਹਿਲਾਂ ਕਰੋਨਾ ਦੇ ਵੇਲੇ ਰੁਕ ਗਿਆ ਸੀਗਾ। ਇਹਨਾਂ ਨੇ ਕਿਹਾ ਸੀ ਤੁਸੀਂ ਮਾਰਕੀਟ 'ਚੋਂ ਕਰਜ਼ਾ ਚੁੱਕ ਲਓ, ਪਰ ਹੁਣ ਤੱਕ ਪੈਸੇ ਉਹ ਦਿੱਤੇ ਜਾਂਦੇ ਸੀ ਕਿਸੇ ਨਾ ਕਿਸੇ ਰੂਪ 'ਚ। ਉਹ 30 ਜੂਨ ਨੂੰ ਇਹ ਜਿਹੜੀ ਰਿਆਇਤ ਜਾਏ ਜਿਹੜਾ ਯੋਜਨਾ ਇਹਨਾਂ ਨੇ ਬਣਾਈ ਹੋਈ ਸੀ ਉਹ 30 ਜੂਨ ਨੂੰ ਉਹਦੀ ਮਿਆਦ ਖਤਮ ਹੋ ਗਈ ਤੇ ਰਾਜ ਹੁਣ ਮੰਗ ਕਰਦੇ ਆ ਕਿ ਹਜੇ ਸਾਡੀ ਜਿਹੜੀ GST ਦੇ ਨਾਲ ਸਾਡੀ ਆਮਦਨ 'ਚ ਕੋਈ ਜ਼ਿਆਦਾ ਵਾਧਾ ਨਹੀਂ ਹੋਇਆ, ਸਾਨੂੰ ਹਜੇ ਵੀ ਘਾਟਾ ਪੈ ਰਿਹਾ ਟੈਕਸ ਦਾ ਤੇ ਸਾਨੂੰ ਜਿਹੜਾ ਇਹ ਯੋਜਨਾ ਅੱਗੇ ਵਧਾਈ ਜਾਏ ਇਹਦੀ ਮਿਆਦ। ਪਰ ਉਹ ਹਜੇ ਤੱਕ ਕੋਈ ਤੇ ਫੈਸਲਾ ਨਹੀਂ ਹੋਇਆ ਤੇ ਕਹਿੰਦੇ ਆ ਕਿ ਅਗਸਤ 'ਚ ਇੱਕ ਹੋਰ GST ਕੌਂਸਲ ਦੀ ਮੀਟਿੰਗ ਹੋਊਗੀ, ਉਹਦੇ 'ਚ ਕੋਈ ਫੈਸਲਾ ਹੋ ਸਕਦਾ, ਪਰ ਫਿਲਹਾਲ ਇਹ ਫੈਸਲਾ ਨਹੀਂ ਹੋਇਆ। ਇਹ ਜਿਹੜਾ 15% ਰੈਵਨਿਊ ਦਾ ਘਾਟਾ ਆ ਉਹ ਵੀ ਪੰਜਾਬ ਸਰਕਾਰ ਨੂੰ ਤੇ ਹੋਰ ਰਾਜਾਂ ਨੂੰ ਖੁਦ ਜਿਹੜਾ ਸਹਿਣ ਕਰਨਾ ਪਏਗਾ, ਖੁਦ ਬੰਦੋਬਸਤ ਕਰਨਾ ਪਏਗਾ। ਜੀ, ਵਧਦੇ ਹਾਂ ਅਗਲੀ ਖਬਰ ਵੱਲ। ਉਦੈਪੁਰ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਸੰਬੰਧ ਪਾਕ ਸੰਗਠਨ ਦਾਵਾ ਤੇ ਇਸਲਾਮੀ ਨਾਲ ਦੱਸੇ ਜਾ ਰਹੇ ਨੇ। ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ। ਸਵਾਲ ਇਹ ਹੈ ਕਿ ਜੇ ਇਹ ਦਾਅਵਾ ਸਹੀ ਹੈ ਤਾਂ ਕਦੇ ਕਸ਼ਮੀਰ ਤੇ ਕਦੇ ਰਾਜਸਥਾਨ ਵਿੱਚ ਪਾਕ ਆਤੰਕੀਆਂ ਵੱਲੋਂ ਭਾਰਤ ਅੰਦਰ ਮਿੱਥ ਕੇ ਹਿੰਦੂਆਂ ਦਾ ਕਤਲ ਕਰਨਾ ਇੱਕ ਚਿੰਤਾ ਦਾ ਵਿਸ਼ਾ ਹੈ। ਮਾਨਕ ਜੀ, ਤੁਸੀਂ ਕੀ ਕਹਿੰਦੇ ਹੋ ਕਿ ਐਸੀਆਂ ਘਟਨਾਵਾਂ ਉੱਪਰ ਤੁਹਾਡੀ ਕੀ ਰਾਏ ਹੈ ਕਿ ਇਹ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਪਾਕ ਨੀਤੀ ਹੈ ਜਾਂ ਫਿਰ ਅੰਦਰੂਨੀ ਸਿਆਸਤ ਹੈ? ਦੇਖੋ, ਗੱਲ ਹੈ ਜੀ, ਜਿਹੜਾ ਪਾਕਿਸਤਾਨ ਦਾ ਤਾਂ ਖਾਤਾ ਖੁੱਲ੍ਹਿਆ ਹੋਇਆ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ ਪ੍ਰੋਕਸੀ ਵਾਰ ਜਿਹੜੀ ਇੰਡੀਆ ਦੇ ਖਿਲਾਫ ਉਹਨੇ ਵਿੱਢੀ ਹੋਈ ਹੈ। ਉਹ ਸਿੱਧੇ ਢੰਗ ਨਾਲ ਜਿਹੜੀਆਂ ਪਾਕਿਸਤਾਨ ਦੀ ਧਰਤੀ ਤੇ ਕੰਮ ਕਰਦੀਆਂ ਜਿਹੜੀਆਂ ਕੱਟੜਪੰਥੀ ਜਥੇਬੰਦੀਆਂ, ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਤੇ ਜਿਹੜੇ ਹਰਕਤੁਲ ਅਨਸਾਰ, ਇਸ ਤਰ੍ਹਾਂ ਦੇ ਜਿਹੜੇ ਸੰਗਠਨ ਹੈ ਉਹਨਾਂ ਨੂੰ ਸਿੱਖਿਆ ਦਿਖਿਆ ਦੇ ਕੇ ਉਹ ਇੱਥੇ ਭੇਜਦਾ ਤੇ ਜੰਮੂ ਕਸ਼ਮੀਰ ਦੇ ਜਿਹੜੇ ਸਥਾਨਕ ਨੌਜਵਾਨ ਆ ਉਹਨਾਂ ਨੂੰ ਵੀ ਜਿਹੜਾ ਉਹ ਗਮਰਾਹ ਕਰਕੇ ਪ੍ਰਚਾਰ ਕਰਕੇ ਉਹਨਾਂ ਨੂੰ ਵੀ ਅੱਤਵਾਦੀ ਬਣਾਉਂਦੇ ਆ ਤੇ ਇੱਕ ਲੜਾਈ ਜਿਹੜੀ ਆ ਉਹ ਲਗਾਤਾਰ ਉੱਥੇ ਜਾਰੀ ਹੈ। ਤੇ ਉਹਦੇ 'ਚ ਜੇ ਹੁਣ ਇਹ ਦੋਸ਼ ਲੱਗਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਇਹ ਜਿਹੜਾ ਭਾਰਤ ਦੀ ਜਿਹੜੀ ਜਿਹੜਾ ਅੱਤਵਾਦੀ ਕ੍ਰਾਈਮ ਆ ਇਹਦੇ ਨਾਲ ਨਜਿੱਠਣ ਵਾਲੀ ਜਿਹੜੀ ਅਸੀਂ ਕੌਮੀ ਏਜੰਸੀ ਬਣਾਈ NIA, ਉਹਨੇ ਮੁਕੱਦਮਾ ਆਪਣੇ ਹੱਥ 'ਚ ਲੈ ਲਿਆ ਤੇ ਉਹਨਾਂ ਦੀ ਜਾਂਚ ਜਿਹੜੀ ਹੁਣ ਸ਼ੁਰੂ ਹੋਈ ਹੈ। ਇਹਦੇ 'ਚੋਂ ਹੀ ਕੁਛ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਦਾਵਤ ਸ਼ਾਇਦ ਉਹਦਾ ਨਾਂ ਜਥੇਬੰਦੀ ਦਾ ਦਵਾਤੇ ਦੂਜਾ ਇਸਲਾਮ ਆ ਵੀ ਉਹਦੇ ਨਾਲ ਇਹਨਾਂ 'ਚੋਂ ਇੱਕ
ਮੁਲਜ਼ਮ ਹੈ ਜਿਹੜਾ ਉਹਦੇ ਸੰਬੰਧ ਸੀ। ਜੀ। ਬਾਕੀ ਜਾਂਚ ਦਾ ਵਿਸ਼ਾ ਆ, ਅੱਗੇ ਜਾਂਚ ਹੋਏਗੀ ਕਿ ਠੋਸ ਸਬੂਤ ਆਣਗੇ ਤੇ ਫਿਰ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਸੰਬੰਧ ਹੈਗੇ ਜਾਂ ਨਹੀਂ ਸੰਬੰਧ ਹੈਗੇ। ਇੱਕ ਤਾਂ ਮਸਲਾ ਇਹ ਆ। ਦੂਜੀ ਗੱਲ ਇਹ ਆ ਕਿ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, 2014 ਤੋਂ ਬਾਅਦ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਬਣੀ ਆ, ਉਹ ਤੋਂ ਉਹਨੇ ਆਪਣੇ ਰਾਜਨੀਤਿਕ ਮੰਤਵਾਂ ਲਈ, ਆਪਣੀ ਸੱਤਾ ਨੂੰ ਪੱਕੇ ਪੈਰੀਂ ਕਰਨ ਲਈ ਜਿਹੜੀ ਇੱਕ ਧਾਰਮਿਕ ਧਰੁਵੀਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹਦੇ ਨਾਲ ਮੁਸਲਮਾਨ ਭਾਈਚਾਰੇ ਤੇ ਹਿੰਦੂ ਭਾਈਚਾਰੇ ਤੇ ਖਾਸ ਕਰਕੇ ਹਿੰਦੂ ਭਾਈਚਾਰੇ ਦੇ ਜਿਹੜੇ ਕੱਟੜਪੰਥੀ ਲੋਕ ਆ, ਜਿੱਦਾਂ ਮੁਸਲਮਾਨ ਭਾਈਚਾਰੇ 'ਚ ਵੀ ਕੱਟੜਪੰਥੀ ਲੋਕ ਹੁੰਦੇ ਆ, ਉਹ ਇੱਕ ਦੂਜੇ ਦੇ ਖਿਲਾਫ ਜ਼ਹਿਰ ਉਗਲ ਰਹੇ ਆ। ਉਹਦੇ ਨਾਲ ਜਿਹੜੇ ਆ ਹਾਲਾਤ ਜਿਹੜੇ ਆ ਬੜੇ ਤਣਾਅ ਭਰਪੂਰ ਜਿਹੜੇ ਦੇਸ਼ ਦੇ ਅੰਦਰ ਬਣਦੇ ਜਾ ਰਹੇ ਆ। ਤੇ ਇਹਦੀ ਵੀ ਜੇ ਗੱਲ ਕਰੀਏ ਇਸ ਘਟਨਾ ਦੀ, ਜਿਹੜਾ ਉੱਥੇ ਇੱਕ ਦਰਜੀ ਨੂੰ 2 ਜਿਹੜੇ ਮੁਸਲਮਾਨਾਂ ਨੇ ਉਹ ਗਲਾ ਰਿੱਤ ਕੇ ਮਾਰਿਆ, ਉਹਦੀ ਦੁਕਾਨ 'ਚ ਦਾਖਲ ਹੋ ਕੇ ਉਹਦੇ ਪਰਚੇ, ਇਹਦੀ ਇਹ ਮਾਮਲਾ ਹੈ ਉਹਦੇ ਨਾਲ ਜੁੜਿਆ ਨੂਪੁਰ ਸ਼ਰਮਾ ਨਾਲ, ਜਿਹੜੀਆਂ ਉਹਨੇ ਮੁਹੰਮਦ ਸਾਹਿਬ ਬਾਰੇ ਟਿੱਪਣੀਆਂ ਕੀਤੀਆਂ ਸੀ। ਉਹਨਾਂ ਨੇ ਮਤਲਬ ਇਸ ਤਰ੍ਹਾਂ ਦਾ ਕ੍ਰਾਈਮ ਕਰਨ ਲਈ ਉਸ ਘਟਨਾ ਨੂੰ ਇਹਨਾਂ ਨੇ ਬਹਾਨੇ ਦੇ ਤੌਰ ਤੇ ਵਰਤਿਆ ਕਿ ਉਹਨੇ ਜਿਹੜਾ ਨੂਪੁਰ ਸ਼ਰਮਾ ਨੇ ਜਿਹੜਾ ਮੁਹੰਮਦ ਸਾਹਿਬ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸੀ, ਤੇ ਅਸੀਂ ਇਹ ਦਰਜੀ ਨੂੰ ਨੇ ਜਿਹਨੇ ਕਿ ਨੂਪੁਰ ਸ਼ਰਮਾ ਦੇ ਹੱਕ 'ਚ ਪੋਸਟ ਪਾਈ ਸੀਗੀ, ਉਹਨੂੰ ਅਸੀਂ ਉਹਦੇ ਕੋਲੋਂ ਬਦਲਾ ਲੈ ਲਿਆ। ਤੋ ਇਹਨੂੰ ਜਿਹੜੀ ਜੋ ਇਹਨਾਂ ਨੇ ਕੀਤਾ ਆ, ਜਿਹੜਾ ਉਹਨੂੰ ਕਿਸੇ ਵੀ ਤਰ੍ਹਾਂ ਠੀਕ ਨਹੀਂ ਸਮਝਿਆ ਜਾ ਸਕਦਾ। ਇਹਦੀ ਸਖਤ ਆਲੋਚਨਾ ਕਰਨੀ ਬਣਦੀ ਹੈ, ਕਰਨੀ ਚਾਹੀਦੀ ਹੈ। ਬਾਕੀ ਇਹਦੇ ਤੇ ਜਾਂਚ ਕਰਨੀ ਚਾਹੀਦੀ ਹੈ ਕਿ ਪਾਕਿਸਤਾਨ ਦਾ ਕੋਈ ਐਂਗਲ ਹੈਗਾ ਜਾਂ ਨਹੀਂ ਹੈਗਾ। ਇਹ ਜਾਂਚ ਦਾ ਵਿਸ਼ਾ ਹੈ, ਜਾਂਚ ਤੋਂ ਹੀ ਸਾਹਮਣੇ ਗੱਲ ਆਏਗੀ। ਪਰ ਸਾਰੇ ਭਾਈਚਾਰਿਆਂ ਦੇ ਲੋਕ ਆ ਜਿਹੜੇ, ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦੀ ਹਿੰਸਾ ਜਿਹੜੀ ਉਹਦੀ ਨਿੰਦਾ ਵੀ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੀ ਹਿੰਸਾ ਤੋਂ ਗੁਰੇਜ਼ ਵੀ ਕਰਨਾ ਚਾਹੀਦਾ ਜੀ। ਖਬਰਾਂ ਦੇ ਆਰ-ਪਾਰ ਦੇ ਵਿੱਚ ਅਖੀਰਲੀ ਖਬਰ ਮੁਹੰਮਦ ਜ਼ੁਬੈਰ ਦੀ ਗ੍ਰਿਫਤਾਰੀ ਅੱਜ ਕੱਲ੍ਹ ਚਰਚਾ ਦੇ ਵਿੱਚ ਹੈ। 2018 ਦੇ ਵਿੱਚ ਜ਼ੁਬੈਰ ਪੱਤਰਕਾਰ ਨੇ ਇੱਕ ਇਤਰਾਜ਼ਯੋਗ ਟਿੱਪਣੀ ਤੇ ਟਵੀਟ ਕੀਤਾ ਸੀ ਤੇ ਕਿਹਾ ਜਾਂਦਾ ਹੈ ਕਿ ਉਸਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸੰਯੁਕਤ ਰਾਸ਼ਟਰ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਕਿ ਕਿਸੇ ਵੀ ਪੱਤਰਕਾਰ ਨੂੰ ਟਵੀਟ ਕਰਦਿਆਂ ਜਾਂ ਕੁਝ ਵੀ ਲਿਖਦੇ ਹੋਏ ਜਾਂ ਟਵੀਟ ਕਰਦੇ ਹੋਏ ਉਸਨੂੰ ਜੇਲ੍ਹ ਵਿੱਚ ਨਹੀਂ ਭੇਜਿਆ ਜਾਣਾ ਚਾਹੀਦਾ। ਮਾਨਕ ਜੀ, ਤੁਸੀਂ ਇਸ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹਦੇ 'ਚ ਗੱਲ ਤਨਜੀਤ ਜੀ ਇਹ ਆ ਕਿ ਸਾਡੇ ਦੇਸ਼ 'ਚ ਜਿਹੜੇ ਵਿਚਾਰ ਪ੍ਰਗਟ ਕਰਨ ਦੀ ਜਿਹੜੀ ਆਜ਼ਾਦੀ ਹੈ, ਉਹ ਦਿਨੋਂ ਦਿਨ ਘਟ ਰਹੀ ਹੈ। ਜਿਹੜੇ ਲੋਕ ਜਿਹੜੇ ਸਰਕਾਰ ਦੀ ਆਲੋਚਨਾ ਕਰਦੇ ਆ, ਸਰਕਾਰੀ ਤਰ੍ਹਾਂ, ਚਾਹੇ ਮੰਤਰੀ ਹੈ ਜਾਂ ਭਾਜਪਾ ਦੇ ਹੋਰ ਨੇਤਾ, ਜਿਹੜਾ ਕੋਈ ਗਲਤ ਬਿਆਨਬਾਜ਼ੀ ਕਰਦੇ ਆ ਜਾਂ ਜਿਹੜੀਆਂ ਫੇਕ ਝੂਠੀਆਂ ਜਿਹੜੀਆਂ ਵੀਡੀਓਜ਼ ਬਣਾ ਕੇ ਉਹ ਮੀਡੀਆ ਦੇ ਉੱਤੇ ਪਾਉਂਦੇ ਆ, ਜਿਹਦੇ ਨਾਲ ਕਿ ਮੁਸਲਮਾਨ ਭਾਈਚਾਰੇ ਨੂੰ ਜਾਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਇਹ ਜਿਹੜਾ ਮੁਹੰਮਦ ਜ਼ਵੇਰ ਹੈ, ਇਹਨੇ ਆਲਟ ਨਿਊਜ਼ ਆਪਣਾ ਇੱਕ ਆਪਣਾ ਵੈਬ ਪੋਰਟਲ ਚਲਾਉਂਦਾ ਸੀ। ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਝੂਠੀਆਂ ਵੀਡੀਓ ਬਣਾ ਕੇ ਮੁਸਲਮਾਨ ਭਾਈਚਾਰੇ ਨੂੰ ਬਦਨਾਮ ਕਰਨ ਲਈ ਜਿਹੜੇ ਇਹ ਜਿਹੜਾ ਜਾਂ ਭਾਜਪਾ ਦਾ ਜਾਂ ਹਿੰਦੂ ਤਵੀ ਸੰਗਠਨਾਂ ਦਾ IT ਸੈੱਲ ਜੋ ਕੋਈ ਜ਼ਹਿਰ ਫੈਲਾਉਂਦਾ, ਉਹ ਇੱਕ ਵੀਡੀਓ ਨੂੰ ਫੜ ਕੇ ਉਹਦੇ ਤੱਥਾਂ ਦੀ ਜਾਂਚ ਪੜਤਾਲ ਕਰਕੇ ਉਹ ਸਾਬਤ ਕਰ ਦਿੰਦਾ ਸੀ ਵੀ ਇਹ ਝੂਠ ਹੈ। ਤੇ ਇਹਦੇ ਨਾਲ ਇਹਨਾਂ ਨੂੰ ਬਹੁਤ ਮਿਰਚਾਂ ਲੱਗਦੀਆਂ ਸੀਗੀਆਂ। ਇਸ ਕਰਕੇ ਪਹਿਲਾਂ ਉਹਨੂੰ ਇੱਕ ਕੇਸ 'ਚ ਫਸਾਇਆ ਗਿਆ ਤੇ ਉਹਦੇ 'ਚ ਉਹ ਜਿਹੜਾ ਉਹ ਹਾਈ ਕੋਰਟ ਤੋਂ ਉਹਨੂੰ ਸਟੇ ਮਿਲਿਆ ਸੀ। ਹੁਣ ਕੋਈ ਉਹਨੂੰ ਫੜਨ ਲਈ ਇਹਨਾਂ ਨੇ 2018 ਦਾ ਕੋਈ ਟਵੀਟ ਜਿਹੜਾ ਉਹ ਫੜਿਆ, ਜਿਹਦੇ ਨਾਲ ਕਹਿੰਦੇ ਭਾਵਨਾਵਾਂ ਨੂੰ ਠੇਸ ਲੱਗੀ ਸੀ। 2018 ਤੋਂ ਅੱਜ ਤੱਕ ਤਾਂ ਉਹਦੀਆਂ ਭਾਵਨਾਵਾਂ ਨੂੰ ਜਿਹਦੀ ਠੇਸ ਲੱਗੀ ਸੀ, ਕੁਛ ਐਦਾਂ ਦਾ ਹੋਇਆ ਨਹੀਂ, ਕੋਈ ਬਿਆਨ ਨਹੀਂ ਸੁਣਿਆ ਤੇ ਉਹਦੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ। ਤੇ ਹੁਣ ਇਹਨਾਂ ਨੂੰ 2018 ਦੇ ਟਵੀਟ ਦੀ ਉਹਦੇ ਦੇ ਚੇਤਾ ਆ ਗਿਆ। ਇਹ ਤਾਂ ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ, ਲਿਖਦਾ, ਪੜ੍ਹਦਾ, ਕੋਈ ਵੀ ਗੱਲ ਕਰਦਾ, ਜਿਹੜੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ, ਉਹਦੀ ਅਸੀਂ ਵਰਤੋਂ ਕਰਦੇ ਹਾਂ ਤੇ ਉਹ ਸਰਕਾਰ ਦੇ ਨਿਸ਼ਾਨੇ ਤੇ ਆ ਜਾਂਦਾ ਤੇ ਉਹਨੂੰ ਫਿਰ ਫੜ ਕੇ ਜੇਲ੍ਹ 'ਚ ਸੁੱਟਦੇ ਆ। ਤੇ ਇਸ ਦੇ ਨਾਲ ਸਾਡੀ ਕੌਮਾਂਤਰੀ ਪੱਧਰ ਤੇ ਸਾਖ ਜਿਹੜੀ ਹੈ ਭਾਰਤ ਦੀ ਬਹੁਤ ਖਰਾਬ ਹੋ ਰਹੀ ਹੈ। ਮੁਹੰਮਦ ਜ਼ਵੇਰ ਦੇ ਮਾਮਲੇ ਤੇ ਵੀ ਸੰਯੁਕਤ ਰਾਸ਼ਟਰ ਸੰਘ ਦੇ ਜਿਹੜੇ ਬੁਲਾਰੇ ਨੇ ਆਲੋਚਨਾ ਕੀਤੀ ਆ ਤੇ ਕਿਹਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪੱਤਰਕਾਰਾਂ ਨੂੰ ਜਿਹੜਾ ਆਪਣੇ ਵਿਚਾਰ ਪ੍ਰਗਟ ਕਰਨ ਦੀ ਜਿਹੜੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਰੋਕਾਂ ਨਹੀਂ ਲੱਗਣੀਆਂ ਚਾਹੀਦੀਆਂ। ਬਿਲਕੁਲ। ਸੋ ਖਬਰਾਂ ਦੇ ਆਰ-ਪਾਰ ਪ੍ਰੋਗਰਾਮ ਦੇ ਵਿੱਚ ਮਾਨਕ ਜੀ ਨਾਲ ਅੱਜ ਡੂੰਘੀ ਤੇ ਵਿਸਥਾਰ ਨਾਲ ਚਰਚਾ ਕੀਤੀ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਤਰਨ ਨੂੰ ਦੇ ਦਿਓ ਇਜਾਜ਼ਤ ਤੇ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਤਾਜ਼ਾ ਅਪਡੇਟਸ ਅਜੀਤ ਵੈਬ ਟੀਵੀ ਤੇ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਾਨਕ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ।